ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੂ, ਤੂੰ ਠਾਕਰ ਊਚ ਭਗਵਾਨਾ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੁਗ ਹੋ ਜੁਗ ਅਟਲ, ਜਬਰ ਸ਼ਬਰ ਤਖਤ ਦੇ ਮਾਲਕ। ਲੋਕ ਪਰਲੋਕ ਦੇ ਰਾਖੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਪਾਸ ਜੁੜ ਬੈਠੇ ਗੁਰੂ ਪਿਆਰ ਵਾਲੇ ਸਤ ਸੰਗੀ ਜਨੋ, ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਆਪਾਂ ਸੰਗਤ ਦੇ ਵਿੱਚ ਜੁੜਦੇ ਹਾਂ ਤੇ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਸਤੇ ਆਪੋ ਆਪਣੀਆਂ ਹਾਜ਼ਰੀਆਂ ਗੁਰੂ ਚਰਨਾਂ ਵਿੱਚ ਲਵਾਉਣ ਦਾ ਯਤਨ ਕਰੀਏ। ਕਲਗੀਧਰ ਪਾਤਸ਼ਾਹ ਜੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੁਆਰਾ ਬਖਸ਼ੀ ਹੋਈ ਫਤਿਹ ਦੀ ਸਾਂਝ ਆਪਸ ਵਿੱਚ ਪਾਈਏ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਿੱਖਾਂ ਨੂੰ ਜਾਂ ਸਿੱਖ ਕੌਮ ਨੂੰ ਹਰ ਤਿਉਹਾਰ ਦੇ ਨਾਲ ਆਪਣਾ ਵੱਖਰਾ ਹੀ ਤਿਉਹਾਰ ਵੀ ਦਿੱਤਾ, ਆਪਣੀ ਵੱਖਰੀ ਮਰਜ਼ਾਦਾ ਆਰੰਭ ਕਰ ਦਿੱਤੀ ਪਾਤਸ਼ਾਹ ਜੀ ਨੇ। ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੋਲੀ ਦੀ ਥਾਂ ਪਾਤਸ਼ਾਹ ਜੀ ਨੇ ਮਹਾਲੇ ਕੱਢਣ ਦੀ ਸਾਨੂੰ ਮਰਜ਼ਾਦਾ ਦਿੱਤੀ। ਤੇ ਐਸੀ ਬਖਸ਼ਿਸ਼ ਪਾਤਸ਼ਾਹ ਜੀ ਨੇ ਕਰੀ, ਖਾਲਸਾ ਪੰਥ ਨੇ ਹਜ਼ੂਰ ਦੀ ਉਸ ਬਖਸ਼ਿਸ਼ ਨੂੰ ਸਾਂਭਿਆ ਹੈ ਤੇ ਹਰ ਸਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਲਾ ਕੱਢਿਆ ਜਾਂਦਾ ਹੈ, ਜਿਹਨੂੰ ਆਪਾਂ ਹੋਲਾ ਮਹੱਲਾ ਕਹਿੰਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਇਹ ਮਕਸਦ ਹੈ ਕਿ ਹਰ ਮਨੁੱਖ ਮਾਤਰ ਨੂੰ ਉਸ ਇੱਕ ਪਰਿਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਜੋੜਿਆ ਜਾਵੇ। ਇੱਕ ਉਹ ਜਿਹੜਾ ਅਦੁੱਤੀ ਹੈ, ਜਿਸ ਵਰਗਾ ਹੋਰ ਦੂਜਾ ਕੋਈ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬਾਣੀ ਪ੍ਰਾਰੰਭ ਹੁੰਦੀ ਹੈ, ਗੁਰਮੁਖੋ ਜਿਹੜੇ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਹਿਲੇ ਦਰਜ ਕਰੇ, ਉਹ ਹੈ ਇੱਕ ਓਅੰਕਾਰ। ਸਮਝਣ ਦਾ ਯਤਨ ਕਰੀਏ ਕਿ ਜਿਹੜਾ ਓਮ ਸ਼ਬਦ ਹੈ ਬਹੁਤ ਪੁਰਾਣਾ ਹੈ। ਇਸ ਸ਼ਬਦ ਦੇ 3 ਅੱਖਰ ਬਣਾਏ ਗਏ, ਉਹ ਹਨ 3 ਅੱਖਰ ਊੜਾ, ਆੜਾ ਤੇ ਮੰਮਾ। ਤੇ ਇਹਨਾਂ 3 ਅੱਖਰਾਂ ਨੂੰ
ਤਿੰਨ ਹਿੱਸਿਆਂ ਦੇ ਵਿੱਚ ਜਾਂ ਤਿੰਨ ਸ਼ਕਤੀਆਂ ਦੇ ਰੂਪ ਦੇ ਵਿੱਚ ਵੰਡਿਆ ਗਿਆ। ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਓਅੰਕਾਰ ਸ਼ਬਦ ਦੇ ਨਾਲ ਪਹਿਲਾਂ ਇੱਕ ਪਾ ਦਿੱਤਾ। ਇਹਦਾ ਮਤਲਬ ਗਿਣਤੀ ਵਾਲਾ ਇੱਕ, ਅੱਖਰਾਂ ਵਾਲਾ ਇੱਕ ਨਹੀਂ। ਤੇ ਪਿਆਰਿਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੇਵਲ ਅਜਿਹੇ ਮਹਾਨ ਮੁਰਸ਼ਿਦ ਹਨ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ, ਜਿਨ੍ਹਾਂ ਦੀ ਆਰੰਭਤਾ ਅੰਕ ਤੋਂ ਸ਼ੁਰੂ ਹੁੰਦੀ ਹੈ, ਅੱਖਰ ਤੋਂ ਨਹੀਂ। ਕੋਈ ਵੀ ਬਾਣੀ ਆਪਾਂ ਆਰੰਭ ਕਰਾਂਗੇ, ਇੱਕ ਗਿਣਤੀ ਵਾਲਾ ਮਿਲੇਗਾ, ਅੱਖਰਾਂ ਵਾਲਾ ਨਹੀਂ। ਇੱਕ ਦਾ ਮਤਲਬ ਹੈ ਕੇਵਲ ਇੱਕ, ਜਿਸ ਦਾ ਹੋਰ ਕੋਈ ਅਰਥ ਨਹੀਂ ਹੋ ਸਕਦਾ। ਸਭ ਤੋਂ ਵੱਡੀ ਕਿਰਪਾ ਕੀਤੀ ਗਿਣਤੀ ਵਾਲਾ ਇੱਕ ਲਿਆ ਪਾਤਸ਼ਾਹ ਜੀ ਨੇ। ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਕਿ ਪਰਮਾਤਮਾ ਇੱਕ ਹੈ। ਚੇਤੇ ਰੱਖਿਓ, ਕੇਵਲ ਇੱਕ ਹੀ ਨਹੀਂ, ਨਾਲ ਅਦੁੱਤੀ ਵੀ ਹੈ। ਜੇ ਤੂੰ ਕਹੇ ਕਿ ਪਰਮਾਤਮਾ ਦੀ ਪਰਿਭਾਸ਼ਾ ਇਹ ਹੈ ਕਿ ਉਹ ਇੱਕ ਹੈ, ਦੇਖਣ ਨੂੰ ਤਾਂ ਪਿਆਰਿਓ ਇਸ ਧਰਤੀ ਦਾ ਸੂਰਜ ਵੀ ਇੱਕ ਹੈ। ਕਿ ਸੂਰਜ ਨੂੰ ਪਰਮਾਤਮਾ ਕਹਾਂਗੇ ਆਪਾਂ? ਇਸ ਧਰਤੀ ਉੱਪਰ ਸਾਗਰ ਇੱਕ ਹੈ। ਕੀ ਇੱਕ ਸਮੁੰਦਰ ਪਰਮਾਤਮਾ ਦਾ ਵੰਸ਼ ਹੋ ਸਕਦਾ ਹੈ? ਇਸ ਦੀ ਧਰਤੀ ਦੇ ਨਾਲ ਚੰਦਰਮਾ ਦਾ, ਇੱਕ ਚੰਦਰਮਾ ਦਾ, ਚੰਦ ਦਾ ਸੰਬੰਧ ਹੈ। ਕਿ ਚੰਦਰਮਾ ਪਰਮਾਤਮਾ ਬਣ ਸਕਦਾ ਹੈ? ਹੋ ਸਕਦਾ ਹੈ। ਚੇਤੇ ਰੱਖੇ, ਇਸ ਧਰਤੀ ਦਾ ਸੂਰਜ ਇੱਕ ਹੈ, ਪਰ ਉਹ ਅਦੁੱਤੀ ਨਹੀਂ। ਇਸ ਤੋਂ ਬੜੇ ਵੱਡੇ ਸੂਰਜ ਰੱਬ ਨੇ ਹੋਰ ਪੈਦਾ ਕਰ ਦਿੱਤੇ। ਪਰ ਚੇਤੇ ਰੱਖਿਓ, ਕਰੋੜਾਂ ਬ੍ਰਹਿਮੰਡਾਂ ਦੇ ਰੱਬ ਕਰੋੜਾਂ ਨਹੀਂ ਹੁੰਦੇ। ਕਰੋੜਾਂ ਬ੍ਰਹਿਮੰਡਾਂ ਨੂੰ ਥਾਪਣ ਵਾਲਾ ਪ੍ਰਮਾਤਮਾ ਰੱਬ ਕੇਵਲ ਇੱਕ ਹੈ। ਸਤਿਗੁਰੂ ਪਾਤਸ਼ਾਹ ਜੀ ਨੇ, ਦਾਤਾ ਨੇ ਬਾਣੀ ਵਿੱਚ ਕਿਹਾ ਕਿ ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਕਰੋੜਾਂ ਬ੍ਰਹਿਮੰਡਾਂ ਨੂੰ ਰਚਣ ਵਾਲਾ ਕੇਵਲ ਇੱਕ ਓਅੰਕਾਰ ਹੈ। ਹਜ਼ੂਰ ਪਾਤਸ਼ਾਹ ਜੀ ਨੇ ਇੱਕ ਨਾਲ ਜੋੜਿਆ, ਤੇ ਉਸ ਇੱਕ ਨਾਲ ਜੋੜਨ ਲਈ ਕੁਝ ਸਾਡੀਆਂ ਬਾਹਰ ਦੀਆਂ ਰਸਮਾਂ ਸਨ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਬਾਹਰ ਦੀਆਂ ਰਸਮਾਂ ਦੇ ਵਿੱਚੋਂ ਵੀ ਸਾਨੂੰ ਪ੍ਰੇਰਨਾ ਦੇ ਕੇ ਪਰਮਾਤਮਾ ਵਾਲੇ ਪਾਸੇ ਜੋੜ ਦਿੱਤਾ। ਉਦਾਹਰਨ ਦੇ ਤੌਰ 'ਤੇ ਆਪਾਂ ਬਾਣੀ ਪੜ੍ਹਦੇ ਸੁਣਦੇ ਹਾਂ। ਆਦਿ ਕਾਲ ਤੋਂ ਸਿਆਣੇ ਲੋਕਾਂ ਨੇ ਸਮੇਂ ਦੀ ਵੰਡ ਕੀਤੀ ਸੀ। ਪਹਿਲਾਂ ਇਸ ਨੂੰ ਯੁੱਗਾਂ ਦੇ ਵਿੱਚ ਵੰਡਿਆ। ਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਯੁੱਗ ਆਏ। ਜਿਹੜੇ ਯੁੱਗ ਅੱਜ ਵਿੱਚ ਅਸੀਂ ਵਰਤਦੇ ਪਏ ਹਾਂ, ਇਸ ਯੁੱਗ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਲਕੁਲ ਮਾੜਾ ਨਹੀਂ ਕਿਹਾ। ਕਹਿਣ ਲੱਗੇ ਅੰਮ੍ਰਿਤ ਗੁਰਬਾਣੀ ਦੇ ਵਿੱਚ ਪਾਤਸ਼ਾਹ ਕਿ ਹੁਣ ਤਾਂ ਸਮਾਂ ਹੀ ਬੜਾ ਭਾਗਾਂ ਵਾਲਾ ਆ ਗਿਆ। ਪਹਿਲਾਂ ਜਪ ਤਪ ਜਗ ਕਰਨੇ ਪੈਂਦੇ ਸਨ, ਹੁਣ ਸਭ ਤੋਂ ਵੱਡਾ ਪੁੰਨ ਇਹ ਹੈ ਕਿ ਟਿਕ ਕੇ ਕਿਤੇ ਤੂੰ ਪਰਮਾਤਮਾ ਦਾ ਨਾਮ ਜਪ ਲਿਆ ਕਰ। ਇਸ ਯੁੱਗ ਦਾ ਸਭ ਤੋਂ ਵੱਡਾ ਕਰਮ ਹੈ। ਅਸੀਂ ਆਮ ਤੌਰ 'ਤੇ ਅੰਮ੍ਰਿਤ ਗੁਰਬਾਣੀ ਵਿੱਚ ਰੋਜ਼ ਪੜ੍ਹਦੇ ਹਾਂ ਕਿ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਹਜ਼ੂਰ ਪਾਤਸ਼ਾਹ ਜੀ ਨੇ ਅੱਗੇ ਅੰਮ੍ਰਿਤ ਗੁਰਬਾਣੀ ਵਿੱਚ ਕਿਹਾ, ਕਹਿੰਦੇ ਨੇ ਪਾਤਸ਼ਾਹ ਅਬ ਕੱਲੂ ਆਇਓ ਰੇ ਇੱਕ ਨਾਮ ਬੋ ਬਹੋ। ਸਤਿਗੁਰੂ ਪਾਤਸ਼ਾਹ ਜੀ ਨੇ 4 ਯੁੱਗਾਂ ਦੀ ਗੱਲ ਕਰਕੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਜਿਸ ਯੁੱਗ ਦੇ ਵਿੱਚ ਅਸੀਂ ਵਰਤਦੇ ਹਾਂ, ਉਸ ਯੁੱਗ ਦੇ ਨਾਲ ਸਾਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨ ਦੀ ਪਾਤਸ਼ਾਹ ਜੀ ਨੇ ਪ੍ਰੇਰਨਾ ਦਿੱਤੀ। ਫਿਰ ਇਨਸਾਨ ਨੇ ਇਸ ਯੁੱਗਾਂ ਦੇ ਸਮੇਂ ਦੇ ਨਾਲ ਸਦੀ ਬਣਾਈ। ਇੱਕ ਸਾਲ ਨੂੰ 12 ਮਹੀਨਿਆਂ 'ਚ ਵੰਡਿਆ। 12 ਮਹੀਨਿਆਂ ਦੇ ਇਸਨੇ 4-4 ਹਫ਼ਤੇ ਬਣਾ ਲਏ। ਇੱਕ ਹਫ਼ਤੇ ਨੂੰ 7 ਦਿਨਾਂ ਵਿੱਚ ਵੰਡਿਆ। ਕੇਵਲ 7 ਵਾਰ ਹੀ ਨਹੀਂ ਬਣਾਏ, ਬੰਦੇ ਨੇ ਦਿਨ ਤੇ ਰਾਤ ਦੇ 4-4 ਭਾਵ 8 ਪਹਿਰ ਬਣਾ ਕੇ
ਇਸ ਨੂੰ ਨਿਮਕ ਘੜੀ ਵਿਸੇ ਚਸਿਆਂ ਦੇ ਤੱਕ ਵੰਡ ਦਿੱਤਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਜਦੋਂ 12 ਮਹੀਨੇ ਆਏ, ਉਹਨਾਂ 12 ਮਹੀਨਿਆਂ ਦੀ ਸਤਿਗੁਰੂ ਪਾਤਸ਼ਾਹ ਜੀ ਨੇ ਇਹੋ ਜਿਹੀ ਤਰਤੀਬ ਦਿੱਤੀ ਕਿ ਇੱਕ ਇੱਕ ਮਹੀਨੇ ਕੋਈ ਸਾਈਂ ਦਾ ਪ੍ਰਮਾਤਮਾ ਦਾ ਨਾਮ ਕਮਾ ਸਕੇ ਤਾਂ ਉਹ ਪ੍ਰਮਾਤਮਾ ਦੇ ਚਰਨਾਂ ਤੱਕ ਪਹੁੰਚ ਸਕਦਾ ਹੈ। ਮੇਰੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ 7 ਵਾਰ ਉਚਾਰਨ ਕਰ ਦਿੱਤੇ। ਕਹਿਣ ਲੱਗੇ ਕਿ ਭਲਿਆ ਤੂੰ 2 ਤੁਕਾਂ 1 ਵਾਰ ਦੀਆਂ ਰੋਜ਼ ਚੇਤੇ ਕਰ, ਸੱਚ ਜਾਣੀ ਹਫ਼ਤੇ ਬਾਅਦ ਤੇਰੇ ਅੰਦਰ ਖੇੜਾ ਬਣ ਜਾਵੇਗਾ। ਸਮੇਂ ਨੂੰ ਵੀ ਪਾਤਸ਼ਾਹ ਨੇ 8 ਪਹਿਰਾਂ ਦੇ ਵਿੱਚ ਵੰਡ ਦਿੱਤਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿੰਦਗੀ ਦੇ 4 ਪਹਿਰ ਬਣਾ ਕੇ ਦਿਨ ਦੀ ਗੱਲ ਨਾ ਕੀਤੀ, 4 ਪਹਿਰ ਜ਼ਿੰਦਗੀ ਨੂੰ ਕਹਿ ਕੇ ਬੰਦੇ ਦੇ ਜੀਵਨ ਨੂੰ 4 ਪਹਿਰਾਂ ਦੇ ਰਾਹੀਂ ਉਪਦੇਸ਼ ਦੇ ਦਿੱਤਾ। ਸਭ ਤੋਂ ਪਹਿਲਾਂ 12 ਮਹਾਂ ਹੈ। ਅਸੀਂ ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕਰਿਆ ਹੋਇਆ 12 ਮਹਾਂ ਸਰਵਣ ਕਰਦੇ ਹਾਂ। ਜੇ ਸਾਰੇ 12 ਮਹਾਂ ਦਾ ਨਿਚੋੜ ਕਿਸੇ ਸੱਜਣ ਨੇ ਕਰਨਾ ਹੋਵੇ ਤਾਂ ਉਹ 12 ਮਹਾਂ ਦੀ ਪਹਿਲੀ ਤੁਕ ਪੜ੍ਹ ਲਵੇ। ਸੱਚ ਜਾਣਿਓ, ਪਹਿਲੀ ਤੁਕ ਵਿੱਚ ਹੀ ਵੇਦਨਾ ਹੈ ਮੇਰੇ ਸਾਈਂ ਦੀ, ਆਪਣੇ ਕਰਮਾਂ ਕਰਕੇ ਵਿਛੜਿਆ ਹਾਂ। ਆਪਣੇ ਕਰਮ ਹੁਣ ਇੰਨੇ ਚੰਗੇ ਨਹੀਂ ਕਿ ਕਰਮਾਂ ਕਰਕੇ ਮਿਲ ਸਕੀਏ। ਕਰਮਾਂ ਕਰਕੇ ਵਿਛੜ ਜ਼ਰੂਰ ਗਏ ਹਾਂ, ਪਰ ਹੁਣ ਮਿਲਣ ਦਾ ਰਸਤਾ ਤੇਰੀ ਕਿਰਪਾ ਹੈ, ਤੇਰੀ ਕਿਰਪਾ ਨਾਲ ਮਿਲ ਸਕਦੇ ਹਾਂ। ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਫਿਰ ਇੱਕ ਇੱਕ ਮਹੀਨੇ ਦੀ ਇੱਕ ਇੱਕ ਤੁਕ ਪੜ੍ਹੋ। 12 ਮਹੀਨੇ ਹਨ। ਮਨੁੱਖ ਅੰਦਰੋਂ ਤੜਪਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਤੈਨੂੰ ਸ਼ਾਂਤੀ ਮਿਲ ਸਕਦੀ ਹੈ ਕੇਵਲ ਆਨੰਦ ਦੇ ਨਾਲ। ਫਿਰ ਬੰਦਾ ਪੁੱਛਦਾ ਹੈ ਕਿ ਆਨੰਦ ਮਿਲਦਾ ਕਿੱਥੋਂ ਹੈ? ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਪਹਿਲੇ ਮਹੀਨੇ ਵਿੱਚ ਸਾਡੀ ਮੰਜ਼ਿਲ, ਸਾਡਾ ਮਕਾਮ ਤੈਅ ਕਰ ਦਿੱਤਾ। ਜਦੋਂ 12ਵਾਂ ਮਹੀਨਾ ਆਇਆ, ਸੱਚ ਜਾਣੋ ਕਮਾਈ ਕਰਨ ਵਾਲੇ ਨੂੰ ਉਹ ਮੰਜ਼ਿਲ ਮਿਲ ਗਈ। ਪਹਿਲੇ ਮਹੀਨੇ ਦੀ ਪਹਿਲੀ ਤੁਕ ਅਸੀਂ ਪੜ੍ਹਦੇ ਹਾਂ। ਸਿੱਖ ਦੀ ਮੰਜ਼ਿਲ ਹੈ ਆਨੰਦ ਪ੍ਰਾਪਤ ਕਰਨਾ। ਆਪਾਂ ਪੜ੍ਹਦੇ ਹਾਂ ਕਿ ਚੇਤ ਗੋਬਿੰਦ ਆਰਾਧੀਐ ਹੋਵੈ ਆਨੰਦ ਘਣਾ। ਜੇ ਤੈਨੂੰ ਨਾਮ ਜਪਣ ਦੀ ਜਾਂਚ ਨਹੀਂ ਤਾਂ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਵਿਸਾਖ ਦਾ ਮਹੀਨਾ ਆਇਆ, ਤੇਰੇ ਅੰਦਰ ਪ੍ਰੇਮ ਦੀ ਘਾਟ ਹੈ, ਥੁੜ ਹੈ। ਵਿਸਾਖ ਤੀਰਨ ਕੋ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋਹੋ। ਅੱਗੇ ਪਾਤਸ਼ਾਹ ਜੀ ਜੇਠ ਦਾ ਮਹੀਨਾ ਆ ਗਿਆ। ਦਿਨ ਬੜੇ ਵੱਡੇ ਸਨ, ਗਰਮੀ ਬਹੁਤ ਪੈਣ ਲੱਗੀ। ਗੁਰੂ ਸਾਹਿਬ ਕਹਿਣ ਲੱਗੇ ਕਿ ਇੰਨੇ ਵੱਡੇ ਦਿਨਾਂ ਵਿੱਚ ਇੱਕ ਗੱਲ ਸਮਝ ਲੈ ਕਿ ਸਭ ਤੋਂ ਵੱਡੇ ਪਰਮਾਤਮਾ ਦਾ ਲੜ ਫੜ ਲੈ। ਸੱਚ ਜਾਣੀ ਜਿਹੜੇ ਉਹਦਾ ਲੜ ਫੜ ਲੈਣ ਉਹਨਾਂ ਨੂੰ ਜਮਦੂਤ ਕਦੀ ਆਪਣੀ ਪਾਹੀ ਬੰਨ੍ਹ ਨਹੀਂ ਸਕਦੇ। ਪਾਤਸ਼ਾਹ ਜੀ ਕਹਿੰਦੇ ਨੇ ਕਿ ਹਰ ਜੇਠ ਜੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨੇ ਵੰਨ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਪੰਨ। ਹਾੜ ਦਾ ਅਸਾੜ ਦਾ ਤਪਦਾ ਹੋਇਆ ਮਹੀਨਾ ਆਇਆ, ਗਰਮ ਲੂੰ ਚੱਲੀ। ਪਾਤਸ਼ਾਹ ਜੀ ਕਹਿਣ ਲੱਗੇ ਉਹਨਾਂ ਨੂੰ ਪੁੱਛ ਕੇ ਦੇਖ, ਜਿਹੜੇ ਇਸ ਬਲਦੀ ਹੋਈ ਅੱਗ ਦੇ ਵਿੱਚ ਜੇਠ ਦੇ ਵਾਹਿਗੁਰੂ ਹਾੜ ਦੇ ਮਹੀਨੇ ਵਿੱਚ ਵੀ ਅੰਦਰੋਂ ਠੰਡੇ ਹਨ। ਸਤਿਗੁਰੂ ਕਹਿਣ ਲੱਗੇ ਕਿ ਤਪਦੇ ਉਹ ਨੇ। ਅਸਾੜ ਤਪੰਦਾ ਤਿਸ ਲੱਗੇ ਹਰ ਨਹੁ ਨ ਜਿਨ੍ਹਾਂ ਪਾਸ। ਸਾਉਣ ਦਾ ਮਹੀਨਾ ਆ ਗਿਆ, ਬਰਸਾਤਾਂ ਸ਼ੁਰੂ ਹੋਈਆਂ। ਇੱਕ ਇੱਕ ਬੂੰਦ ਪਾਣੀ ਦੀ ਧਰਤੀ ਦੀ ਤਹਿ ਤੱਕ ਚਲੀ ਗਈ। ਬਨਸਪਤੀ ਖਿੜ ਉੱਠੀ, ਰੁੱਖ ਬੂਟੇ ਹਰੇ ਹੋ ਗਏ। ਹਜ਼ੂਰ ਕਹਿਣ ਲੱਗੇ ਕਿ ਬਾਹਰ ਖੇਤਾਂ ਦੇ ਵਿੱਚ ਝਾਤੀ ਮਾਰਨ ਵਾਲਿਆ, ਤੂੰ ਤਾਂ ਸਾਉਣ ਵਿੱਚ ਵੀ ਤਪਦਾ ਹੈ। ਕਣੀਆਂ ਪੈਂਦੀਆਂ ਹਨ, ਰੱਬ ਅੱਗੇ ਅਰਦਾਸ ਕਰ ਕਿਤੇ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਤੇਰੇ ਅੰਦਰ ਵੀ ਖੇੜਾ ਆ ਜਾਵੇ।
ਕਹਿਣ ਲੱਗੇ ਪਾਤਸ਼ਾਹ ਕੇ ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਅੱਗੋਂ ਆ ਗਿਆ ਭਾਦੋਂ ਦਾ ਮਹੀਨਾ। ਭਾਦੋਂ ਵਿੱਚ ਵੀ ਬੜੀ ਤਪਸ਼ ਸੀ। ਕਦੀ ਬੱਦਲ ਬਣ ਜਾਂਦੇ, ਕਦੀ ਧੁੱਪ ਨਿਕਲਣੀ। ਪਿੰਡੇ ਦੇ ਉੱਤੇ ਪਿੱਤ ਨਿਕਲ ਆਈ। ਜਦੋਂ ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪਈਆਂ, ਗਰਮੀ ਸੀ, ਬੰਦਾ ਬਿਲਕ ਉੱਠਿਆ। ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਹੁਮਸ ਹੈ ਭਾਦੋਂ ਦਾ, ਇੱਕ ਹੁਮਸ ਹੈ ਜਿਹੜੇ ਭਰਮ ਦੇ ਵਿੱਚ ਪੈ ਗਏ। ਪਿਆਰਿਆ, ਜੇ ਤੂੰ ਸਾਈਂ ਨੂੰ ਚੇਤੇ ਨਾ ਕਰਿਆ, ਭਾਵੇਂ ਲੱਖ ਅਡੰਬਰ ਕਰ ਲਈ, ਉਹ ਕਿਸੇ ਅਰਥ ਨਹੀਂ। ਭਾਦੋਂ ਦੇ ਮਹੀਨੇ ਵਿੱਚ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਭਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇ। ਅੱਸੂ ਦਾ ਮਹੀਨਾ ਆ ਗਿਆ। ਨਾ ਗਰਮੀ ਸੀ, ਨਾ ਜ਼ਿਆਦਾ ਸਰਦੀ ਸੀ। ਲੋਕ ਗਰਮੀ ਤੋਂ ਛੁਟਕਾਰਾ ਪਾ ਗਏ। ਕਹਿੰਦੇ ਖਹਿੜਾ ਸੁੱਟ ਗਿਆ। ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਕਿ ਹੁਣ ਤੇਰੇ ਚਿਹਰੇ 'ਤੇ ਖੇੜਾ ਆ ਗਿਆ। ਉਧਰ ਤੇਰੀ ਫਸਲ ਖੇਤਾਂ ਦੇ ਵਿੱਚ ਪੱਕਦੀ ਹੈ। ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿੰਨਾ ਚੰਗਾ ਹੁੰਦਾ ਕਿ ਕਿਤੇ ਅੱਸੂ ਦੇ ਮਹੀਨੇ ਵਿੱਚ ਅਛਾਲਾ ਉੱਠਦਾ ਤੇਰੇ ਅੰਦਰ। ਇਸ ਗਰਮੀ ਤੋਂ, ਇਸ ਬਕਾਰਾਂ ਦੀ ਤਪਸ਼ ਤੋਂ ਬਾਅਦ ਕਿਤੇ ਪ੍ਰਮਾਤਮਾ ਪਤੀ ਦੇ ਤੈਨੂੰ ਚਰਨ ਨਸੀਬ ਹੋ ਜਾਂਦੇ। ਕਹਿਣ ਲੱਗੇ ਪਾਤਸ਼ਾਹ ਅਸਨ ਪ੍ਰੇਮ ਅਮਾਹੜਾ ਕਿਉਂ ਮਿਲੀਏ, ਹਰ ਜਾਏ ਮਨ ਤਨ ਪਿਆਸ ਤਰਸਨ ਘਣੀ, ਕੋਈ ਆਣ ਮਲਾਵੇ ਮਾਏ। ਤੇ ਉਧਰੋਂ ਕੱਤਕ ਦਾ ਮਹੀਨਾ, ਕੱਤੇ ਦਾ ਮਹੀਨਾ ਆ ਗਿਆ। ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਪਿਆਰਿਆ, ਕਰਮ ਤੂੰ ਕਰਦਾ ਹੈ, ਫਲ ਕਿਸੇ ਹੋਰ ਨੇ ਭੋਗਣਾ ਹੈ। ਕਹਿੰਦੇ ਨੇ ਪਾਤਸ਼ਾਹ ਕਿ ਕੱਤਕ ਕਰਮ ਕਮਾਵਣੇ, ਦੋਸ ਨਾ ਕਾਹੂੰ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਮਹੀਨਾ ਮਘਰ ਦਾ ਆਇਆ, ਲੋਕ ਸੌਖੇ ਹੋ ਗਏ। ਫਸਲ ਪੱਕ ਚੁੱਕੀ ਸੀ, ਖੇਤਾਂ ਦੇ ਵਿੱਚ ਫਸਲ ਬੀਜੀ ਜਾ ਚੁੱਕੀ ਸੀ। ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਲਿਆ, ਤੇਰੇ ਲਈ ਮੱਘਰ ਤਾਂ ਚੰਗਾ ਹੈ ਜੇ ਤੂੰ ਪ੍ਰਮਾਤਮਾ ਪਤੀ ਦੇ ਕੋਲ ਬੈਠੇ। ਕਦੀ ਉਹਨਾਂ ਕੋਲੋਂ ਪੁੱਛ ਕੇ ਦੇਖ, ਮੱਘਰ ਮਾਹੇ ਸੁਹੰਦੀਆਂ, ਹਰ ਪ੍ਰਸੰਗ ਬੈਠੜੀਆਂ, ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਅੱਗੋਂ ਆ ਗਿਆ ਪੋਹ ਦਾ ਮਹੀਨਾ। ਪੋਹ ਦੇ ਵਿੱਚ ਕੱਕਰ ਪਏ। ਉਸ ਕੱਕਰ ਨੇ ਫਿਰ ਖੁਸ਼ਕੀ ਪੈਦਾ ਕਰ ਦਿੱਤੀ। ਹਜ਼ੂਰ ਪਾਤਸ਼ਾਹ ਨੇ ਕਿਹਾ ਕਿ ਇਹ ਸਮਾਂ ਕਦੀ ਹਾੜ ਵਿੱਚ ਆਇਆ ਸੀ, ਜਦੋਂ ਤੇਜ ਲੂ ਨੇ ਤੇਰੀਆਂ ਫਸਲਾਂ ਨੂੰ ਸੁਕਾ ਕੇ ਰੱਖ ਦਿੱਤਾ ਸੀ। ਹੁਣ ਇਸ ਪੈਂਦੇ ਕੱਕਰ ਨੇ ਤੈਨੂੰ ਸੁਕਾ ਦਿੱਤਾ ਹੈ। ਪਿਆਰਿਆ, ਹਾੜ ਉਹਨਾਂ ਲਈ ਤਪਦਾ ਹੈ ਜਿਹੜੇ ਰੱਬ ਦੇ ਨਾਲ ਨਹੀਂ ਜੁੜੇ। ਤੇ ਪੋਹ ਦੇ ਮਹੀਨੇ ਦਾ ਕੱਕਰ, ਠੰਡ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਜਿਹੜੇ ਸਾਈਂ ਦੇ ਗਲ ਦੇ ਨਾਲ ਮਿਲ ਜਾਣ। ਪੋਖਤ ਖਾਰ ਨਾ ਵਿਆਪਈ, ਕੰਠ ਮਿਲਿਆ ਹਰਨਾਹ। ਅੱਗੋਂ ਮਹੀਨਾ ਆ ਗਿਆ ਮਾਘ ਦਾ। ਰੁੱਤ ਥੋੜ੍ਹੀ ਜਿਹੀ ਬਦਲਣ ਲੱਗੀ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਬੰਦਾ ਮਾਘ ਦੇ ਮਹੀਨੇ ਵਿੱਚ ਤੀਰਥ ਯਾਤਰਾ 'ਤੇ ਤੁਰ ਪਿਆ, ਕੁਝ ਦਾਨ ਕਰਨ, ਕੁਝ ਪੁੰਨ ਕਰਨ ਦੇ ਲਈ। ਮੇਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨੇ ਕਿ 68 ਤੀਰਥਾਂ ਉੱਪਰ ਜਾਣ ਦੀ ਜ਼ਰੂਰਤ ਨਹੀਂ। ਭਲਿਆ, ਤੂੰ ਇੱਕ ਕੰਮ ਕਰੀ। ਆਦਿ ਕਾਲ ਤੋਂ ਲੋਕ ਤੀਰਥਾਂ ਵਿੱਚ ਨਹਾਉਂਦੇ ਨੇ। ਪਿੰਡੇ ਦੀ ਮੈਲ ਉਤਰੀ, ਪਰ ਅੰਦਰ ਦੀ ਮੈਲ ਕਦੇ ਨਹੀਂ ਗਈ। ਆ ਮਾਘ ਦੇ ਮਹੀਨੇ ਵਿੱਚ ਕਦੀ ਉਹਨਾਂ ਬੰਦਗੀ ਕਰਨ ਵਾਲਿਆਂ ਦੀ ਧੂੜ ਵਿੱਚ ਇਸ਼ਨਾਨ ਕਰ। ਐਵੇਂ ਦਾਣੇ ਤੇ ਪੈਸੇ ਦਾ ਦਾਨ ਕਰਦਾ ਹੈ। 4 ਦਿਨ ਗੁਰੂ ਗੁਰੂ ਜਪਿਆ ਕਰ। ਉਸ ਨੂੰ ਸੁਣ, ਤੇ ਜਿਸ ਦਿਨ ਤੇਰੇ ਪੱਲੇ ਕੁਝ ਆ ਜਾਵੇ, ਉਸ ਦਿਨ ਕਿਸੇ ਨੂੰ ਨਾਮ ਦਾ ਦਾਨ ਦੇ ਦੇਵੀਂ। ਸਭ ਤੋਂ ਵੱਡਾ ਦਾਨ ਹੈ। ਫਿਰ ਪਾਤਸ਼ਾਹ ਜੀ ਨੇ ਬਚਨ ਕਰੇ ਕਿ ਮਾਘ ਮੰਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ। ਅੱਗੋਂ ਪਿਆਰੇ ਮਹੀਨਾ ਆ ਗਿਆ ਫੱਗਣ ਦਾ, 12ਵਾਂ ਮਹੀਨਾ।
ਜਿਹੜਾ ਪਹਿਲੇ ਮਹੀਨੇ ਤੋਂ ਚੱਲਿਆ ਸੀ ਉਹਦੀ ਮੰਜ਼ਿਲ ਆ ਗਈ। ਹੁਣ ਜਗਿਆਸੂ ਦੀ ਮੰਜ਼ਿਲ ਆ ਗਈ। ਜਿਹੜਾ ਮਕਾਮ, ਜਿਹੜੀ ਆਰੰਭਤਾ ਮਿਥ ਕੇ ਚੱਲਿਆ ਸੀ ਚੇਤ ਦੇ ਮਹੀਨੇ ਵਿੱਚ, ਅੱਜ ਉਹ ਜਗਿਆਸੂ ਅੰਦਰੋਂ ਜੁੜ ਕੇ ਕਹਿ ਰਿਹਾ ਹੈ ਕਿ ਦਾਤਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਤੇ ਗੁਰੂ ਜੀ ਨੇ ਕਹਿ ਦਿੱਤਾ ਕਿ ਚੇਤ ਗੋਬਿੰਦ ਆਰਾਧੀਆ ਹੋਵੇ ਆਨੰਦ ਘਣਾ। ਅੱਜ ਫੱਗਣ ਆਇਆ, ਬਸੰਤ ਆਈ, ਲੋਕ ਹੋਲੀ ਦਾ ਰੰਗ ਪਾਉਣ ਲੱਗੇ ਤੇ ਅੰਦਰੋਂ ਰੰਗਿਆ ਹੋਇਆ, ਅੰਦਰੋਂ ਗੁਰੂ ਦੇ ਰੰਗ ਵਿੱਚ ਭਿੱਜਿਆ ਹੋਇਆ ਕਹਿੰਦਾ ਹੈ ਕਿ ਫਾਲਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ। ਚੇਤ ਵਿੱਚ ਕੇਵਲ ਸਾਧਨਾ ਕਰਨ ਦੇ ਲਈ ਕਿਹਾ। ਫੱਗਣ ਦੇ ਮਹੀਨੇ ਵਿੱਚ ਪਾਤਸ਼ਾਹ ਜੀ ਸਾਧਨਾ ਤੋਂ ਬਾਅਦ ਸਾਧਕ ਤੋਂ ਬਾਅਦ ਅੱਜ ਸਿੱਧ ਬਣ ਗਿਆ। 3 ਸ਼ਬਦ ਹਨ, ਸਾਧਨਾ, ਸਾਧਕ ਤੇ ਸਿੱਧ। ਸਾਧਨਾ ਦਾ ਅਰਥ ਹੁੰਦਾ ਹੈ ਕਮਾਈ ਕਰਨੀ, ਘਾਲ ਕਰਨੀ, ਤੇ ਸਾਧਕ ਦਾ ਅਰਥ ਹੁੰਦਾ ਹੈ ਪਿਆਰਿਓ 3 ਸ਼ਬਦ ਨੇ, ਇਹਦੇ ਅੱਖਰ ਨੇ ਸੱਸਾ, ਧੱਦਾ ਤੇ ਕੱਕਾ। ਪਿਆਰੇ ਵਿਦਵਾਨਾਂ ਨੇ ਇਹਦੇ ਅਰਥ ਕਰੇ ਨੇ ਕਿ ਸੱਸੇ ਦਾ ਅਰਥ ਹੈ ਸਾਵਧਾਨ, ਧੱਦੇ ਦਾ ਅਰਥ ਆਪਣੇ ਧਰਮ ਵਿੱਚ, ਕੱਕੇ ਦਾ ਅਰਥ ਉਹ ਧਰਮ ਜਿਹੜਾ ਇਸ ਦੀ ਕਲਿਆਣ ਕਰਦਾ ਹੋਵੇ। ਸਾਧਕ ਦਾ ਅੱਖਰੀ ਅਰਥ ਇਹੀ ਹੈ ਜੋ ਸਾਵਧਾਨ ਹੈ ਧਰਮ ਵਿੱਚ, ਤੇ ਉਹ ਧਰਮ ਜਿਹੜਾ ਕਲਿਆਣ ਕਰ ਸਕਦਾ ਹੋਵੇ। ਫੱਗਣ ਆ ਗਿਆ ਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਇਸ ਵਿੱਚ ਉਸ ਨੂੰ ਮਕਾਮ ਹਾਸਲ ਹੋ ਗਿਆ, ਉਹਦਾ ਮਿਥਿਆ ਹੋਇਆ ਟੀਚਾ ਹਾਸਲ ਹੋ ਗਿਆ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ 12 ਮਹੀਨਿਆਂ ਦੇ ਵਿੱਚ ਵੀ ਸਾਨੂੰ ਇਕੱਲੇ ਮਹੀਨੇ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਦੀ ਜਾਂਚ ਸਿਖਾ ਦਿੱਤੀ ਕਿ ਕਿਵੇਂ ਜਪਣਾ ਹੈ ਤੇ ਮਿਲੇਗਾ ਕੀ। ਹੁਣ ਅਸੀਂ ਹਫ਼ਤੇ ਦੇ 7 ਦਿਨ ਵੰਡਦੇ ਹਾਂ, 7 ਵਾਰ ਕਹਿ ਲਵੋ। ਤੇ ਗੁਰੂ ਦੀ ਬੜੀ ਵੱਡੀ ਵਡਿਆਈ ਹੈ, ਕਿਰਪਾ ਹੈ ਸਿੱਖਾਂ ਤੇ ਕਿ ਹਰ ਇੱਕ ਖਿਣ ਦੇ ਵਿੱਚ ਗੁਰੂ ਨੇ ਨਾਮ ਜਪਣ ਦਾ ਸੁਨੇਹਾ ਦੇ ਦਿੱਤਾ ਕਿ ਕਿਵੇਂ ਨਾਮ ਜਪਣਾ ਹੈ। ਸਤਿਗੁਰੂ ਕਹਿਣ ਲੱਗੇ ਕਿ 7 ਦਿਨ ਹਨ ਤੇਰੇ ਕੋਲ, ਤੂੰ ਇੱਕ ਦਿਨ ਕਿਤੇ ਕਮਾ ਲਵੇਂ। ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਿਲਾ ਬਚਨ ਕਰਿਆ ਕਿ ਆਦਿਤ ਕਰੇ ਭਗਤ ਆਰੰਭ। ਕਹਿੰਦੇ ਨੇ ਪਾਤਸ਼ਾਹ ਕਿ ਐਤਵਾਰ ਦਾ ਦਿਨ ਆ ਗਿਆ, ਤੂੰ ਛੁੱਟੀ ਦਾ ਦਿਨ ਕਹਿੰਦਾ ਹੈ, ਐਤਵਾਰ ਵਾਲੇ ਦਿਨ ਵੀ ਤੂੰ ਭਗਤੀ ਆਰੰਭ ਕਰ ਦੇ। ਕਾਇਆ ਮੰਦਰ ਮਨਸਾ ਥੰਮ, ਸੋਮਵਾਰ ਆ ਗਿਆ। ਐਤਵਾਰ ਸੂਰਜ ਦਾ ਦਿਨ ਹੈ। ਆਮ ਤੌਰ 'ਤੇ ਹਿੰਦੂ ਇਤਿਹਾਸ ਦੇ ਵਿੱਚ ਮੰਨਿਆ ਜਾਂਦਾ ਹੈ, ਆਪਣੇ ਨਹੀਂ। ਜਿਹੜੇ ਅੰਗਰੇਜ਼ ਲੋਕ ਨੇ, ਯੂਰਪੀਅਨ ਲੋਕ ਨੇ, ਉਹ ਮੰਨਦੇ ਨੇ ਕਿ ਜਿਹੜਾ ਪਰਮਾਤਮਾ ਹੈ, ਗੌਡ ਹੈ, ਉਹ ਗੌਡ ਕਹਿੰਦੇ ਨੇ ਪਰਮਾਤਮਾ ਨੂੰ ਕਿ ਐਤਵਾਰ ਨੂੰ ਉਹ ਛੁੱਟੀ 'ਤੇ ਹੁੰਦਾ। ਜਿਹੜੀ ਐਤਵਾਰ ਦੀ ਛੁੱਟੀ ਹੈ ਇਹ ਵੀ ਉਹਨਾਂ ਤੋਂ ਆਰੰਭ ਹੋਈ ਹੈ, ਆਪਣੇ ਨਹੀਂ ਸੀ ਹੁੰਦੀ ਪਹਿਲਾਂ। ਇਹ 18ਵੀਂ ਸਦੀ ਦੇ ਵਿੱਚ ਐਤਵਾਰ ਦੀ ਛੁੱਟੀ ਆਰੰਭ ਹੋਈ, ਪਹਿਲਾਂ ਨਹੀਂ ਸੀ ਹੁੰਦੀ। ਤੇ ਸੋਮਵਾਰ ਦਾ ਦਿਨ ਆ ਗਿਆ। ਐਤਵਾਰ ਸੂਰਜ ਦਾ ਦਿਨ ਮਿਥਿਆ, ਸੋਮਵਾਰ ਚੰਦਰਮਾ ਦਾ ਦਿਨ ਮਿਥਿਆ। ਅੰਮ੍ਰਿਤ ਗੁਰਬਾਣੀ ਵਿੱਚ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੋਮਵਾਰ ਸਸ ਅੰਮ੍ਰਿਤ ਝਰੇ, ਚਾਖਤ ਵੇਖ ਸਗਲ ਬਿਖਾਰੇ। ਸੋਮਵਾਰ ਰੱਬ ਮਿਹਰ ਕਰੇ, ਤੇਰੇ ਅੰਦਰ ਅੰਮ੍ਰਿਤ ਦੀਆਂ ਬੂੰਦਾਂ ਸਮਾ ਜਾਣ। ਅੱਗੋਂ ਫਿਰ ਮੰਗਲਵਾਰ ਆਇਆ। ਪਾਤਸ਼ਾਹ ਕਹਿੰਦੇ ਨੇ ਮੰਗਲਵਾਰੇ ਲੈ ਮਾਹੀ ਪੰਜ ਚੋਰ ਕੀ ਜਾਣੇ ਰੀ। ਮੰਗਲਵਾਰ ਆਇਆ, ਆਪਣੇ ਸਰੀਰ ਰੂਪੀ ਕਿਲੇ ਨੂੰ ਪੱਕਾ ਕਰ, ਕਿਉਂਕਿ ਪਾਤਸ਼ਾਹ ਜੀ ਨੇ ਅੰਮ੍ਰਿਤ ਗੁਰਬਾਣੀ ਵਿੱਚ ਸਾਡੇ ਸਰੀਰ ਨੂੰ ਕਿਲਾ ਕਿਹਾ ਕਿ ਅਸੀਂ ਇਸ ਕਿਲੇ ਨੂੰ ਜਿੱਤਣਾ ਹੈ, ਮਜ਼ਬੂਤ ਕਰਨਾ ਹੈ ਕਿਲੇ ਨੂੰ। ਪਾਤਸ਼ਾਹ ਕਹਿੰਦੇ ਨੇ ਕਿ ਕਿਤੇ ਤੇਰੇ ਸਰੀਰ ਕਿਲੇ ਨੂੰ ਪੰਜ ਚੋਰ ਕਹਿ ਦਿੱਤਾ, 5 ਵਿਕਾਰਾਂ ਨੂੰ ਠੱਗ ਕੇ ਨਾ ਲੈ ਜਾਣ, ਕਿਤੇ ਲੁੱਟ ਕੇ ਨਾ ਲੈ ਜਾਣ। ਸਰੀਰ ਨੂੰ ਕਿਲਾ ਕਿਹਾ ਕਿ ਜਿਹੜਾ ਇਹ ਤੇਰਾ ਸਰੀਰ ਰੂਪੀ ਕਿਲਾ ਹੈ, ਇਹਨੂੰ 5 ਚੋਰ ਨੇ ਕਿਤੇ ਇਹ ਠੱਗ ਕੇ ਨਾ ਰਹਿ ਜਾਣ। ਫਿਰ ਅੱਗੇ ਬੁੱਧਵਾਰ ਦਾ ਦਿਨ ਆਇਆ।
ਪਾਤਸ਼ਾਹ ਜੀ ਕਹਿੰਦੇ ਨੇ ਕਿ ਬੁੱਧਵਾਰ ਬੁੱਧ ਕਰੇ ਪ੍ਰਗਾਸ, ਹਿਰਦੇ ਕਮਲ ਮੈਂ ਹਰ ਕਾ ਬਾਸ। ਬੁੱਧਵਾਰ ਖੇੜਾ ਹੈ, ਕਦੀ ਹਿਰਦੇ ਕਮਲ ਦੇ ਵਿੱਚ ਉਸ ਪ੍ਰਮਾਤਮਾ ਦੇ ਪਰਿਪੂਰਨ ਵਾਹਿਗੁਰੂ ਦੇ ਦੀਦਾਰ ਪਾ। ਵੀਰਵਾਰ ਆ ਗਿਆ, ਕਹਿਣ ਲੱਗੇ ਐਵੇਂ ਡਰੀ ਜਾਂਦਾ ਹੈ। ਵੀਰਵਾਰ ਤੋਂ ਇੰਨਾ ਸਿਮਰਨ ਕਰ ਕਿ ਜਿੰਨੀ ਪਾਪਾਂ ਦੀ ਮੈਲ ਇਕੱਠੀ ਕੀਤੀ ਹੈ, ਅੱਜ ਵੀਰਵਾਰ ਵਾਲੇ ਦਿਨ ਸਾਰੀ ਤੋਂ ਤੇਰੀ ਇਹ ਮੈਲ ਧੋਤੀ ਜਾਵੇ। ਸਾਡੇ ਲੋਕ ਅੱਜ ਕੱਲ੍ਹ ਕੀ ਹੈ ਕਿ ਆਮ ਤੌਰ 'ਤੇ ਹਜੇ ਤੱਕ ਵੀ ਦੁਨੀਆ ਪੜ੍ਹ ਬਹੁਤ ਲਿਖ ਗਈ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਤੇ ਚੰਦਰਮਾ 'ਤੇ ਲੋਕ ਪਹੁੰਚ ਗਏ, ਪਰ ਵਹਿਮ ਭਰਮ ਅੱਜ ਵੀ ਸਾਡੇ 'ਚੋਂ ਨਹੀਂ ਨਿਕਲੇ। ਅੱਜ ਵੀ ਸਾਡੇ ਪਿੰਡਾਂ ਦੇ ਵਿੱਚ ਆਮ ਰਿਵਾਜ ਹੈ ਕਿ ਵੀਰਵਾਰ ਵਾਲੇ ਦਿਨ ਲੋਕ ਸਿਰ ਨਹੀਂ ਨਹਾਉਂਦੇ, ਸਿਰ ਵਾਲਾਂ ਨੂੰ ਧੋਂਦੇ ਨਹੀਂ, ਕਹਿੰਦੇ ਅੱਜ ਵੀਰਵਾਰ ਹੈ। ਨਹੀਂ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਤੂੰ ਐਵੇਂ ਡਰੀ ਜਾਂਦਾ, ਕਹਿੰਦੇ ਵੀਰਵਾਰ ਵਾਲੇ ਦਿਨ ਤਾਂ ਤੂੰ ਜ਼ਰੂਰ ਨਹਾਇਆ ਕਰ, ਉਹਦੇ ਤੇਰੀ ਪਾਪਾਂ ਦੀ ਮੈਲ ਕਿਤੇ ਧੋਤੀ ਜਾਵੇ। ਗੁਰੂ ਤਰਸ ਕਰੇਗਾ, ਕਿਉਂਕਿ ਸਿੱਖ ਹੈ ਜਿਹੜਾ ਗੁਰੂ ਕਾ ਪਿਆਰਿਓ, ਉਹ ਵਹਿਮ ਭਰਮ ਨਹੀਂ ਕਰਦਾ ਹੁੰਦਾ। ਜਿਹਦਾ ਗੁਰੂ ਪੂਰਾ ਹੋਵੇ ਉਹਨੂੰ ਡਰ ਕਾਹਦਾ ਫਿਰ? ਜੇ ਕੋਈ ਕੱਚਾ ਹੋਵੇ ਤਾਂ ਡਰ ਹੋਵੇ। ਅਸੀਂ ਕਿਹੜਾ ਕਦੇ ਕਿਸੇ ਬੰਦੇ ਨੂੰ ਗੁਰੂ ਮੰਨਣਾ ਹੈ? ਸਾਡਾ ਗੁਰੂ ਤਾਂ ਸ਼ਬਦ ਗੁਰੂ ਹੈ। ਬੰਦਾ ਕਲੰਕੀ ਹੋ ਸਕਦਾ, ਬੰਦੇ 'ਤੇ ਕਲੰਕ ਲੱਗ ਸਕਦਾ, ਸਾਡਾ ਗੁਰੂ ਨਿਕਲੰਕ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਕਹਿਣ ਲੱਗੇ ਪਾਤਸ਼ਾਹ ਕਿ ਵੀਰਵਾਰ ਨੂੰ ਡਰਿਆ ਨਾ ਕਰੇ। ਮੈਂ ਲੋਕ ਡਰੀ ਜਾਣ ਪਰ ਗੁਰੂ ਦਾ ਸਿੱਖ ਨਹੀਂ ਡਰਦਾ ਹੁੰਦਾ। ਕਹਿੰਦੇ ਨੇ ਕਿ ਵੀਰਵਾਰ ਵਾਲੇ ਦਿਨ ਤਾਂ ਤੂੰ ਕੇਸਾਂ ਨੂੰ ਆਪਣੇ ਨੂੰ ਧੋਇਆ ਕਰ, ਕਿਤੇ ਤੇਰੇ ਕੇਸ ਧੋਣ ਦੇ ਨਾਲ ਤੇਰੇ ਅੰਦਰ ਦੀ ਮੈਲ ਵੀ ਧੋਤੀ ਜਾਵੇ। ਗੁਰੂ ਤਰਸ ਕਰੇ। ਕਹਿੰਦੇ ਨੇ ਪਾਤਸ਼ਾਹ ਵੀਰਵਾਰ ਦੇ ਪ੍ਰਥਾਏ ਕਿ ਬ੍ਰਿਹਸਪਤ ਵੇਖਿਆ ਦੇਹ ਬਹਾਏ, ਤੀਨ ਦੇਵ ਇੱਕ ਸੰਗ ਲਾਏ। ਅੱਗੇ ਆ ਗਿਆ ਸ਼ੁੱਕਰਵਾਰ, ਲੋਕ ਵਰਤ ਰੱਖਣ ਦੇ ਲਈ ਤੁਰ ਪਏ ਸ਼ੁੱਕਰਵਾਰ ਨੂੰ, ਤੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੋਕ੍ਰਿਤ ਸੁਹਾਰੇ ਸੋ ਇਹ ਬ੍ਰਤ ਚੜ੍ਹੇ, ਅਣਦਨ ਆਪ ਸੌ ਲੜੇ। ਕਹਿੰਦੇ ਨੇ ਕਿ ਤੈਨੂੰ ਸ਼ੁੱਕਰਵਾਰ ਵਾਲੇ ਦਿਨ ਅੰਦਰ ਲੜਨ ਦੀ ਜਾਂਚ ਆ ਜਾਵੇ, ਤੈਨੂੰ ਅੰਦਰੋਂ ਸੋਝੀ ਮਿਲ ਜਾਵੇ ਕਿ ਵਿਕਾਰਾਂ ਦੇ ਨਾਲ ਕਿਵੇਂ ਲੜਨਾ ਹੈ। ਤੇ ਅੱਗੇ ਪਿਆਰਿਓ ਆ ਗਿਆ ਦਿਨ ਫਿਰ ਸ਼ਨੀਵਾਰ ਦਾ। ਆਪਾਂ ਗੁਰਬਾਣੀ ਆਮ ਤੌਰ 'ਤੇ ਪੜ੍ਹਦੇ ਨਹੀਂ, ਤਾਂ ਕਰਕੇ ਹੋ ਸਕਦਾ ਗੱਲਾਂ ਆਪਾਂ ਨੂੰ ਨਵੀਆਂ ਲੱਗਣ ਕਿ ਕਦੇ ਸੁਣੀਆਂ ਨਹੀਂ, ਪਰ ਜਦੋਂ ਪੜ੍ਹਾਂਗੇ ਤਾਂ ਗੁਰੂ ਸਾਹਿਬ ਨੇ ਖਿੰਨ ਤੋਂ ਲੈ ਕੇ ਅੱਖ ਝਮਕਣ ਦੇ ਸਮੇਂ ਤੋਂ ਲੈ ਕੇ ਇਹ ਦਿਨਾਂ ਮਹੀਨਿਆਂ ਦੇ ਵਿੱਚ ਵੀ ਸਾਨੂੰ ਗੁਰੂ ਪਰਮਾਤਮਾ ਦੇ ਨਾਲ ਜੋੜ ਦਿੱਤਾ। ਤੇ 7ਵਾਂ ਦਿਨ ਆਇਆ, ਪਾਤਸ਼ਾਹ ਜੀ ਕਹਿੰਦੇ ਨੇ ਕਿ ਥਾਵਰ ਥਿਰ ਕਰ ਰਾਖੇ ਸੋਏ। ਸੋਮਵਾਰ ਤੋਂ ਪਿਆਰਿਆ ਚੱਲਿਆ ਹੈ, ਇੱਕ ਦਿਨ ਨੂੰ ਤੂੰ ਕੁਝ ਮਿਥਿਆ ਹੈ। ਐਤਵਾਰ ਵਾਲੇ ਦਿਨ ਤੇਰੀ ਆਰੰਭਤਾ ਸੀ, ਤੂੰ 7 ਦਿਨ ਕਮਾ ਲਏ, ਬਾਹਰ ਧੱਕੇ ਖਾਂਦਾ ਹੈ। 7 ਦਿਨਾਂ ਵਿੱਚ ਤੇਰੇ ਅੰਦਰ ਨਾਮ ਦੀ ਜੋਤ ਜਗ ਸਕਦੀ ਹੈ। ਹਜ਼ੂਰ ਨੇ 12 ਮਹੀਨਿਆਂ ਦੇ ਵਿੱਚ ਇੱਕ ਪਰਮਾਤਮਾ ਦੇ ਨਾਲ ਜੋੜਿਆ, 7 ਦਿਨਾਂ ਦੇ ਵਿੱਚ ਇੱਕ ਪਰਮਾਤਮਾ ਦੇ ਨਾਲ ਜੋੜਿਆ। ਅਸੀਂ ਫਿਰ 7 ਦਿਨਾਂ ਤੇ ਦਿਨ ਤੇ ਰਾਤ 4-4 ਪਹਿਰ ਬਣਾ ਦਿੱਤੇ। ਤੇ ਬਾਬੇ ਫਰੀਦ ਨੇ ਕਿਹਾ ਕਿ ਭਲਿਆ ਤੂੰ ਪਹਿਰ ਹੀ ਸਾਂਭ ਲੈ। ਬਾਬਾ ਫਰੀਦ ਸਾਹਿਬ ਕਹਿਣ ਲੱਗੇ ਕਿ ਜੇ ਤੈਥੋਂ ਦਿਨ ਨਹੀਂ ਸਾਂਭਿਆ ਜਾਂਦਾ, ਤੈਥੋਂ ਮਹੀਨੇ ਨਹੀਂ ਸਾਂਭੇ ਜਾਂਦੇ, ਇੱਕ ਪਹਿਰ ਵੀ ਪਰਮਾਤਮਾ ਦਾ ਨਾਮ ਜਪ ਲੈ, ਤੇਰਾ ਕਲਿਆਣ ਹੋ ਜਾਵੇਗਾ। ਕਹਿੰਦੇ ਨੇ ਬਾਬਾ ਫਰੀਦ ਸਾਹਿਬ ਜੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਕਿ ਫਰੀਦਾ 4 ਗਵਾਇਆ ਹੰਢ ਕੈ 4 ਗਵਾਇਆ ਸਮ, ਲੇਖਾ ਰੱਬ ਮੰਗੇਸੀਆਂ ਤੂੰ ਆਹੋ ਕੇਰੇ ਕੰਮ। ਗੁਰੂ ਨਾਨਕ ਸਾਹਿਬ ਫਿਰ ਅੱਗੇ ਕਹਿਣ ਲੱਗੇ ਕਿ ਪਿਆਰਿਆ ਕੇਵਲ 4 ਪਹਿਰ ਦਿਨ ਤੇ ਰਾਤ 8 ਪਹਿਰ ਨਹੀਂ, ਤੇਰੀ ਜ਼ਿੰਦਗੀ ਦੇ 4 ਪਹਿਰ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ 4 ਪਹਿਰਾਂ ਵਿੱਚ ਵੰਡ ਦਿੱਤਾ ਬੰਦੇ ਦੇ ਜੀਵਨ ਨੂੰ। ਇੱਕ ਪਹਿਰ ਦਾ ਜ਼ਿਕਰ ਕਰ ਦਿੱਤਾ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿ ਪਹਿਲੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ,
ਹੁਕਮ ਪਿਆ ਕਿਰਪਾਸ ਦੂਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰ ਵਿਸਰ ਗਿਆ ਧਿਆਨ। ਤੀਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਧਨ ਜੋਬਨ ਚਿੱਤ ਚੌਥੇ ਪਹਿਰ ਰਹਿਣ ਕੇ ਬਣਜਾਰਿਆ ਮਿੱਤਰਾ ਲਾਵੀ ਆਇਆ ਖੇਤ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੰਦੇ ਦੇ ਜੀਵਨ ਨੂੰ ਚਾਰਾਂ ਪਹਿਰਾਂ ਦੇ ਵਿੱਚ ਵੰਡ ਦਿੱਤਾ। ਅੰਮ੍ਰਿਤ ਗੁਰਬਾਣੀ ਵਿੱਚ ਚਾਰਾਂ ਪਹਿਰਾਂ ਦੇ ਵਰਤਾਏ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰੀ ਹੈ। 12 ਮਹੀਨਿਆਂ ਦੇ ਰਾਹੀਂ ਇੱਕ ਨਾਲ ਜੋੜਿਆ, 7-12 ਰਾਹੀਂ ਇੱਕ ਨਾਲ ਜੋੜਿਆ, ਚਾਰਾਂ ਪਹਿਰਾਂ ਰਾਹੀਂ ਪਾਤਸ਼ਾਹ ਜੀ ਨੇ ਇੱਕ ਨਾਲ ਜੋੜਿਆ। ਕੇਵਲ ਦਿਨ ਮਹੀਨੇ ਹਫ਼ਤੇ ਸਦੀਆਂ ਨਹੀਂ, ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਅਸੀਂ ਜਿਹੜੇ ਵੀ ਕਰਮ ਕਰਦੇ ਹਾਂ ਦੁਨਿਆਵੀ ਤੌਰ 'ਤੇ ਸਾਡੇ ਕਰਮਾਂ ਵਿੱਚ ਸਾਨੂੰ ਉਸ ਇੱਕ ਪਰਮਾਤਮਾ ਦੇ ਨਾਲ ਜੋੜ ਦਿੱਤਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਸਾਡਾ ਕਲਚਰ ਹੈ ਜਿੱਥੇ ਅਸੀਂ ਰਹਿੰਦੇ ਹਾਂ ਇਹਦੇ ਨਾਲ ਜੇ ਕੋਈ ਖੇਤੀ ਕਰਨ ਵਾਲਾ ਹੈ ਉਹਦੀ ਖੇਤੀ ਦੇ ਕਰਮ ਵਿੱਚ ਵੀ ਪਰਮਾਤਮਾ ਦਿਖਾ ਦਿੱਤਾ। ਕੋਈ ਜੁੱਤੀਆਂ ਗੰਢਦਾ ਹੈ, ਪਾਤਸ਼ਾਹ ਨੇ ਜੁੱਤੀਆਂ ਗੰਢਣ ਵਾਲੇ ਨੂੰ ਵੀ ਉਹਦੇ ਕਿਰਤ ਦੇ ਵਿੱਚੋਂ ਰੱਬ ਦਿਖਾ ਦਿੱਤਾ। ਕੋਈ ਵੈਦ ਹੈ, ਹਕੀਮ ਹੈ, ਉਹਦੀ ਵੈਦਕੀ ਦੇ ਵਿੱਚੋਂ ਪਾਤਸ਼ਾਹ ਨੇ ਰੱਬ ਦਿਖਾ ਦਿੱਤਾ ਕਿ ਨਹੀਂ ਤੂੰ ਵੀ ਰੱਬ ਨੂੰ ਪਾ ਸਕਦਾ ਹੈ। ਵੱਡੀ ਵਡਿਆਈ ਹੈ ਗੁਰੂ ਦੀ, ਕੋਈ ਐਸਾ ਗੁਰੂ ਨਹੀਂ ਹੈ ਸੰਸਾਰ ਦੇ ਵਿੱਚ। ਤੇ ਪਾਤਸ਼ਾਹ ਜੀ ਨੇ ਸਾਨੂੰ ਸਾਡੇ ਸੱਭਿਆਚਾਰ ਦੇ ਨਾਲ, ਸਾਡੀ ਜ਼ਿੰਦਗੀ ਦੇ ਨਾਲ ਕਹਿ ਦੇਵੋ, ਸਾਡਾ ਜਿਹੜਾ ਰੋਜ਼ਾਨਾ ਦਾ ਜੀਵਨ ਹੈ ਇਹਦੇ ਨਾਲ ਜਿਹੜੀਆਂ ਸਾਡੀਆਂ ਰਸਮਾਂ ਨੇ, ਅਸੀਂ ਕੰਮ ਧੰਦੇ ਕਰਦੇ ਹਾਂ, ਉਹਨਾਂ ਵਿੱਚੋਂ ਇੱਕ ਪਰਮਾਤਮਾ ਦੇ ਨਾਲ ਜੋੜ ਦਿੱਤਾ। ਸਾਨੂੰ ਦਿਖਾ ਦਿੱਤਾ ਕਿ ਤੂੰ ਆਪਣੇ ਕੰਮ ਧੰਦੇ ਕਰਦਾ ਵੀ ਭਾਈ ਪਰਮਾਤਮਾ ਦੇ ਨਾਲ ਜੁੜ ਸਕਦਾ ਹੈ। ਤੇ ਜਦੋਂ ਆਪਾਂ ਵਿਚਾਰ ਆਰੰਭ ਕਰੀ ਸੀ ਤੇ ਆਪਾਂ ਨੇ ਕਿਹਾ ਸੀ ਕਿ ਵੱਖ-ਵੱਖ ਮਤ ਨੇ, ਹਿੰਦੂ ਮਤ ਹੈ, ਜੈਨ ਮਤ ਹੈ, ਮੁਸਲਿਮ ਮਤ ਹੈ, ਸਿੱਖ ਮਤ ਹੈ। ਤੇ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਵੱਖਰੇ ਤਿਉਹਾਰ ਬਣਾ ਕੇ ਦਿੱਤੇ। ਜਿਵੇਂ ਹੋਲੀ ਹੈ ਹਿੰਦੂ ਧਰਮ ਦਾ ਤਿਉਹਾਰ ਹੈ, ਸਿੱਖਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਹੋਲਾ ਮਹੱਲਾ ਦਿੱਤਾ। ਦੀਵਾਲੀ ਹੈ ਹਿੰਦੂ ਮਤ ਵਾਲੇ ਮਨਾਉਂਦੇ ਨੇ, ਸਿੱਖਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਤਿਉਹਾਰ ਕੀ ਦਿੱਤਾ? ਬੰਦੀ ਛੋੜ ਦਿਵਸ ਦਾ ਤਿਉਹਾਰ ਦਿੱਤਾ। ਤੇ ਜਿਹੜਾ ਹੋਲੀ ਦਾ ਸੰਬੰਧ ਹੈ ਇਹ ਹਿੰਦੁਸਤਾਨ ਦੀ ਧਰਤੀ ਦੇ ਨਾਲ ਹੈ। ਇਸ ਦੇ ਨਾਲ ਇੱਕ ਘਟਨਾ ਜੁੜੀ ਹੋਈ ਹੈ। ਹਿੰਦੂ ਮਿਥਿਹਾਸ ਇਹ ਗੱਲ ਕਹਿੰਦਾ ਹੈ ਕਿ ਹਰਨਾਕਸ਼ ਨੇ ਪ੍ਰਮਾਤਮਾ ਦੀ ਭਗਤੀ ਕਰਕੇ ਇੱਕ ਵਰ ਪ੍ਰਾਪਤ ਕਰ ਲਿਆ ਸੀ ਪ੍ਰਮਾਤਮਾ ਤੋਂ, ਰੱਬ ਤੋਂ ਕਹਿ ਲਵੋ। ਤੇ 4 ਸਫੇਰੇ ਉਹਨੇ ਕਹਿ ਦਿੱਤਾ ਸੀ ਕਿ ਮੇਰੇ ਨਾਮ ਦੀ ਚਰਚਾ ਹੋਵੇ, ਮੇਰਾ ਨਾਮ ਹਰ ਪਾਸੇ ਹੋਵੇ ਤੇ ਮੈਨੂੰ ਮੌਤ ਕਦੀ ਨਹੀਂ ਆਉਣੀ ਚਾਹੀਦੀ। ਜਦੋਂ ਇਹ ਰੱਬ ਦੀ ਖੇਡ ਹੈ ਪਿਆਰਿਓ, ਬੰਦਾ ਹੰਕਾਰੀ ਹੋ ਜਾਵੇ, ਜਦੋਂ ਹੰਕਾਰ ਸਿਰ ਤੇ ਚੜ੍ਹ ਕੇ ਬੋਲਣ ਲੱਗ ਜਾਵੇ, ਫਿਰ ਪਰਮਾਤਮਾ ਉਹਦੀ ਕੋਈ ਵਿਧੀ ਵਿਧਾਨ ਵੀ ਬਣਾਉਂਦਾ ਹੈ। ਪਰਮਾਤਮਾ ਦੀ ਕੁਦਰਤ ਦੀ ਖੇਡ ਐਸੀ ਵਾਪਰੀ ਕਿ ਉਸ ਹੰਕਾਰੀ ਹਰਨਾਕਸ਼ ਦੇ ਘਰ ਇੱਕ ਪਰਮਾਤਮਾ ਦੀ ਭਗਤੀ ਕਰਨ ਵਾਲਾ ਪੁੱਤਰ ਪੈਦਾ ਹੋਇਆ, ਭਗਤ ਪੈਦਾ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕਲਰ ਦੇ ਵਿੱਚ ਲੋਕ ਬੀਜ ਪਾਉਣ ਤਾਂ ਫਸਲ ਨਹੀਂ ਨਿਕਲਦੀ, ਪਰ ਰੱਬ ਦੀ ਅਚਰਜ ਖੇਡ ਹੈ। ਉਹਨੇ ਹਰਨਾਕਸ਼ ਵਰਗੇ ਕਲਰ ਦੇ ਘਰ ਪ੍ਰਹਲਾਦ ਵਰਗਾ ਕਮਲ ਦਾ ਫੁੱਲ ਪੈਦਾ ਕਰ ਦਿੱਤਾ। ਪਰਮਾਤਮਾ ਉਹ ਹੈ, ਪਹਿਲਾਂ ਮੈਂ ਬੇਨਤੀ ਕਰਕੇ ਹਟਿਆ, ਜਿਹੜੀ ਅਸੀਂ ਸੋਚੀ ਨਹੀਂ ਉਹ ਵੀ ਕਰ ਸਕਦਾ ਹੈ, ਕਿਉਂਕਿ ਗੁਰੂ ਕਹਿੰਦੇ ਹੀ ਉਹਨੂੰ ਨੇ। ਜਿਸ ਦਿਨ ਉਸ ਬੱਚੇ ਨੇ ਸੁਰਤ ਸੰਭਾਲੀ, ਉਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਕਿ ਹਰਨਾਕਸ਼, ਕਿਉਂਕਿ ਹਰਨਾਕਸ਼ ਨੇ ਐਲਾਨ ਕਰਵਾ ਦਿੱਤਾ ਸੀ ਕਿ ਕੋਈ ਅੱਜ ਤੋਂ ਬਾਅਦ ਕੋਈ ਰਾਮ ਨਹੀਂ ਕਹੇਗਾ, ਕੋਈ ਪਰਮਾਤਮਾ ਦਾ ਨਾਮ ਨਹੀਂ ਲਾਏਗਾ, ਪਰਮਾਤਮਾ ਮੈਂ ਹਾਂ। ਹਰਨਾਕਸ਼ ਹਰਨਾਕਸ਼ ਲੋਕ ਜਪਿਆ ਕਰਦੇ ਸੀ। ਜਦੋਂ ਉਸ ਬੱਚੇ ਨੇ ਸੁਰਤ ਸੰਭਾਲੀ, ਪਹਿਲੀ ਕੰਨਾਂ ਦੇ ਵਿੱਚ ਆਵਾਜ਼ ਪਾਈ ਹਰਨਾਕਸ਼, ਤੇ ਉਹ ਬੱਚਾ ਕਹਿਣ ਲੱਗਿਆ ਕਿ ਹਕੀਕਤ ਵਿੱਚ ਮੇਰਾ ਜਿਹੜਾ ਪਿਓ ਹੈ, ਮੇਰਾ ਬਾਪ ਹੈ, ਝੂਠ ਬੋਲਦਾ ਹੈ।
ਉਸ ਰਾਮ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਸੱਚ ਬੋਲਣ ਵਾਲਾ ਕੇਵਲ ਰੱਬ ਨੂੰ ਸਾਹਮਣੇ ਰੱਖ ਕੇ ਚੱਲਦਾ ਹੈ, ਨਾ ਕਿ ਆਪਣੇ ਸੰਸਾਰ ਦੇ ਨਾਮ ਨਮੋਜ ਨੂੰ। ਗੁਰਮੁਖੋ ਤ੍ਰੈ ਕਾਲ ਤੋਂ ਸੱਚ ਹੈ ਕਿ ਕੇਵਲ ਇੱਕ ਪਰਿਪੂਰਨ ਪਰਮਾਤਮਾ, ਉਸ ਦੇ ਦੋ ਉਸਤਾਦ ਮੁਕਰ ਕਰੇ ਹਨ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੋਨਾਂ ਗੁਰੂਆਂ ਦਾ ਨਾਮ ਦਿੱਤਾ ਹੈ। ਆਮ ਤੌਰ 'ਤੇ ਆਪਾਂ ਪੜ੍ਹਦੇ ਹਾਂ ਸਾਖੀਆਂ ਦੇ ਵਿੱਚ ਕਿ ਹਰਨਾਕਸ਼ ਨੂੰ ਪੜ੍ਹਾਉਣ ਵਾਸਤੇ, ਸਿੱਖਿਆ ਦੇਣ ਵਾਸਤੇ ਦੋ ਗੁਰੂ ਉਹਦੇ ਨਿਯੁਕਤ ਕਰੇ ਗਏ। ਇੱਕ ਸੀ ਸੰਡਾ ਅਤੇ ਦੂਜੇ ਦਾ ਨਾਂ ਸੀ ਮਰਕਾ। ਸੰਡਾ ਮਰਕਾ ਆਪਾਂ ਆਮ ਤੌਰ 'ਤੇ ਕਹਿੰਦੇ ਹਾਂ। ਅਤੇ ਹਰਨਾਕਸ਼ ਉਹਨਾਂ ਨੂੰ ਕਹਿੰਦਾ ਹੈ ਕਿ ਇਸ ਬੱਚੇ ਨੂੰ ਇੱਕ ਗੱਲ ਸਮਝਾ ਦਿਓ ਕਿ ਤੂੰ ਆਪਣੀ ਜ਼ਬਾਨ ਦੇ ਨਾਲ ਪਰਮਾਤਮਾ ਦਾ ਜਾਂ ਰਾਮ ਦਾ ਨਾਮ ਨਹੀਂ ਜਪਣਾ, ਕੇਵਲ ਹਰਨਾਕਸ਼ ਹਰਨਾਕਸ਼ ਹੀ ਕਹਿਣਾ ਹੈ। ਜਦੋਂ ਦੋਨੋਂ ਉਸਤਾਦ ਪ੍ਰਹਲਾਦ ਨੂੰ ਪੜ੍ਹਾਉਣ ਦੇ ਲਈ ਗਏ, ਪਾਠਸ਼ਾਲਾ ਦੇ ਵਿੱਚ ਹੋਰ ਨਿੱਕੇ ਨਿੱਕੇ ਨਿਆਣੇ ਬੈਠੇ ਸਨ, ਪੜ੍ਹਨ ਵਾਲੇ ਕਹਿ ਲਵੋ, ਵਿਦਿਆਰਥੀ ਬੈਠੇ ਸਨ। ਇੱਕੋ ਦਮ ਜਦੋਂ ਪ੍ਰਹਲਾਦ ਨੂੰ ਪੜ੍ਹਾਉਣ ਗਏ, ਇੱਕੋ ਦਮ ਆਵਾਜ਼ ਆਈ, ਜਲੇ ਹਰਨਾਕਸ਼ ਥਲੇ ਹਰਨਾਕਸ਼। ਅਤੇ ਪ੍ਰਹਲਾਦ ਨੇ ਤਾੜੀ ਮਾਰੀ, ਬੱਚੇ ਸਾਰੇ ਚੁੱਪ ਹੋ ਗਏ। ਕਹਿੰਦੇ ਹਨ ਕਿ ਸਾਰਿਆਂ ਦਾ ਧਿਆਨ ਪ੍ਰਹਲਾਦ ਦੇ ਵੱਲ ਗਿਆ। ਪ੍ਰਹਲਾਦ ਤਾੜੀ ਮਾਰ ਕੇ ਕਹਿੰਦਾ ਹੈ ਕਿ ਨਹੀਂ, ਮੇਰਾ ਪਿਓ, ਮੇਰਾ ਬਾਪ, ਮੇਰਾ ਪਿਤਾ ਝੂਠ ਬੋਲਦਾ ਹੈ। ਇਹੀ ਸੱਚ ਹੈ ਕਿ ਜਲੇ ਹਰੀ ਥਲੇ ਹਰੀ, ਕਿ ਪਰਮਾਤਮਾ ਵੀ ਜਲ ਦੇ ਵਿੱਚ ਹੈ, ਥਲ ਦੇ ਵਿੱਚ ਵੀ ਪਰਮਾਤਮਾ ਹੈ। ਹਰਨਾਕਸ਼ ਨਹੀਂ, ਹਰਨਾਕਸ਼ ਮੇਰਾ ਪਿਓ ਝੂਠ ਬੋਲਦਾ ਹੈ। ਉਹਨਾਂ ਦੋਨਾਂ ਗੁਰੂਆਂ ਨੇ, ਉਸਤਾਦਾਂ ਨੇ, ਅਧਿਆਪਕਾਂ ਨੇ, ਸੰਡੇ ਤੇ ਮਰਕੇ ਨੇ ਪੂਰਾ ਜ਼ੋਰ ਲਾਇਆ ਕਿ ਪ੍ਰਹਲਾਦ ਦੀ ਜ਼ੁਬਾਨ 'ਤੇ ਉਹਦੇ ਪਿਓ ਦਾ ਨਾਮ ਨੂੰ ਚੜ੍ਹਾਇਆ ਜਾਵੇ, ਵਸਾਇਆ ਜਾਵੇ। ਜਿਸ ਦਿਨ ਉਸਤਾਦ ਨੇ ਪੜ੍ਹਾਉਣਾ ਸ਼ੁਰੂ ਕਰਿਆ, ਨਾਲ ਪ੍ਰਹਲਾਦ ਨੇ ਉੱਚੀ ਆਵਾਜ਼ ਦੇ ਵਿੱਚ ਰਾਮ ਰਾਮ ਪੁਕਾਰਿਆ। ਜਿੰਨੇ ਬੱਚੇ ਸਕੂਲ ਵਿੱਚ ਜਾਂ ਕਲਾਸ ਵਿੱਚ ਪੜ੍ਹਦੇ ਸਨ, ਉਹ ਸਾਰੇ ਬੱਚੇ ਪ੍ਰਹਲਾਦ ਦੇ ਮਗਰ ਹੀ ਰਾਮ ਰਾਮ ਜਪਣ ਲੱਗੇ, ਹਰਨਾਕਸ਼ ਨੂੰ ਛੱਡ ਕੇ। ਅਤੇ ਸੰਡੇ ਤੇ ਮਰਕੇ ਦੀ ਦੋਨਾਂ ਅਧਿਆਪਕਾਂ ਦੀ ਪੇਸ਼ੀ ਹੋਈ ਰਾਜ ਦਰਬਾਰ ਦੇ ਵਿੱਚ। ਹਰਨਾਕਸ਼ ਬਾਦਸ਼ਾਹ ਸੀ, ਉਹਨੇ ਰਾਜੇ ਨੇ ਪੁੱਛਿਆ ਕਿ ਰਿਪੋਰਟ ਮੰਗੀ। ਕਹਿਣ ਲੱਗੇ ਕਿ ਕੇਵਲ ਤੂੰ ਇੱਕ ਨੂੰ ਮਨਾਉਣ ਦੀ ਗੱਲ ਕਰਦਾ ਸੀ ਕਿ ਮੇਰੇ ਪੁੱਤ ਨੂੰ ਮਨਾ ਦਿਓ ਕਿ ਉਹ ਰਾਮ ਵਾਲੇ ਪਾਸੋਂ ਟੁੱਟ ਜਾਵੇ, ਮੇਰਾ ਨਾਮ ਜਪਿਆ ਕਰੇ। ਦੋਨੇ ਗੁਰੂ ਕਹਿੰਦੇ ਨੇ ਬਾਦਸ਼ਾਹ ਨੂੰ, ਰਾਜੇ ਨੂੰ, ਹਰਨਾਕਸ਼ ਨੂੰ, ਕਿ ਪਰ ਜਿਨ੍ਹਾਂ ਬੱਚਿਆਂ ਨੇ ਅੱਜ ਤੱਕ ਰਾਮ ਦਾ ਨਾਮ ਨਹੀਂ ਸੀ ਸੁਣਿਆ, ਤੇਰੇ ਪੁੱਤਰ ਨੇ ਉਹਨਾਂ ਦੇ ਕੰਨਾਂ ਵਿੱਚ ਵੀ ਰਾਮ ਦਾ ਨਾਂ ਪਾ ਦਿੱਤਾ। ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਰਨਾਕਸ਼ ਦੁਆਰਾ ਪ੍ਰਹਲਾਦ 'ਤੇ ਕੀਤੇ ਗਏ ਤਸ਼ੱਦਦਾਂ ਦਾ ਜ਼ਿਕਰ ਕਰਦੇ ਨੇ, ਜ਼ੁਲਮ ਦਾ ਜ਼ਿਕਰ ਕਰਦੇ ਨੇ। ਕਹਿਣ ਲੱਗੇ, ਪਹਿਲਾਂ ਪ੍ਰਹਲਾਦ ਨੂੰ ਪਹਾੜ ਤੋਂ ਸੁੱਟਿਆ ਗਿਆ ਅਤੇ ਉਹ ਡੂੰਘੀ ਖਾਈ ਦੀ ਗੋਦ ਦੇ ਵਿੱਚ ਜਾ ਕੇ ਡਿੱਗ ਪਿਆ। ਬਾਅਦ ਵਿੱਚ ਪ੍ਰਹਲਾਦ ਨੂੰ ਰੁੱਖ ਤੋਂ ਥੱਲੇ ਸੁੱਟਿਆ ਗਿਆ, ਰੁੱਖ ਵੀ ਬਚਾ ਗਿਆ, ਉਹਨੇ ਜ਼ਿੰਦਗੀ ਪ੍ਰਹਲਾਦ ਦੀ ਬਖਸ਼ ਦਿੱਤੀ। ਤੀਜਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚੋਂ ਆਪਾਂ ਵਿਚਾਰ ਕਰ ਰਹੇ ਹਾਂ, ਕਿਉਂਕਿ ਜਿਹੜੀਆਂ ਹਿੰਦੂ ਮਿਥਿਹਾਸ ਹੈ ਉਹ ਮਿਥਿਹਾਸ ਹੈ, ਆਪਾਂ ਉਹਨੂੰ ਇਤਿਹਾਸ ਨਹੀਂ ਕਹਿ ਸਕਦੇ ਆਪਾਂ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਤਿੰਨਾਂ ਉਦਾਹਰਣਾਂ ਦਾ ਜ਼ਿਕਰ ਕਰਿਆ ਗਿਆ। ਤੀਜੀ ਸੀ ਕਿ ਉਹਨੂੰ ਉਬਲਦੇ ਪਾਣੀ ਵਿੱਚ ਸੁੱਟ ਦਿੱਤਾ ਗਿਆ, ਪਾਣੀ ਵੀ ਬੱਚੇ ਨੂੰ ਡੋਬ ਨਾ ਸਕਿਆ। ਫਿਰ ਕਹਿੰਦੇ ਨੇ ਕਿ ਚੌਥਾ ਹਰਨਾਕਸ਼ ਦੀ ਭੈਣ ਸੀ ਹੋਲਕਾ,
ਜਾਂ ਕਹਿ ਲਵੋ ਕਿ ਪ੍ਰਹਲਾਦ ਦੀ ਭੂਆ ਸੀ, ਜਿਹਨੂੰ ਵਰ ਸੀ ਕਿ ਤੈਨੂੰ ਕਦੀ ਵੀ ਅੱਗ ਸਾੜ ਨਹੀਂ ਸਕਦੀ। ਆਪਣੇ ਭਤੀਜੇ ਪ੍ਰਹਲਾਦ ਨੂੰ ਗੋਦੀ ਵਿੱਚ ਲੈ ਕੇ ਬਲਦੀ ਅੱਗ ਦੇ ਵਿੱਚ ਬੈਠ ਗਈ। ਮੈਂ ਪਹਿਲਾਂ ਬੇਨਤੀ ਕਰਕੇ ਹਟਿਆ ਕਿ ਜਿੱਥੇ ਹੰਕਾਰ ਪੈਦਾ ਹੋ ਜਾਵੇ, ਪਰਮਾਤਮਾ ਫਿਰ ਉੱਥੇ ਕਲਾ ਵਰਤਾਉਂਦਾ ਹੈ। ਤੇ ਇਹ ਜਦੋਂ ਅੱਗ ਦੇ ਵਿੱਚ ਬੈਠ ਗਈ, ਪਰਮਾਤਮਾ ਦੀ ਇਹੋ ਜਿਹੀ ਖੇਡ ਵਰਤੀ ਕਿ ਹੋਲਕਾ ਸੜ ਕੇ ਸਵਾਹ ਹੋ ਗਈ, ਪਰ ਸੱਚ ਬੋਲਣ ਵਾਲਾ ਪ੍ਰਹਲਾਦ ਫਿਰ ਵੀ ਬਚ ਗਿਆ। ਅਖੀਰ ਦੇ ਵਿੱਚ ਹਰਨਾਕਸ਼ ਨੇ ਪਿਓ ਨੇ ਆਪਣੀ ਕਿਰਪਾਨ ਨੂੰ ਹੱਥ ਪਾਇਆ, ਪਰ ਰੱਬ ਦੀ ਕਿਰਪਾਨ ਉਸ ਦੇ ਨੌ ਸਨ। ਹਰਨਾਕਸ਼ ਨੇ ਕਿਰਪਾਨ ਕੱਢ ਕੇ ਉੱਚੀ ਬੋਲ ਕੇ ਕਿਹਾ ਕਿ ਤੈਨੂੰ ਕੌਣ ਬਚਾਉਂਦਾ ਹੈ, ਮੈਂ ਅੱਜ ਦੇਖਦਾ ਹਾਂ ਜਿਹੜਾ ਤੈਨੂੰ ਬਚਾਉਣ ਲਈ ਆਵੇਗਾ। ਜਦੋਂ ਬੱਚੇ ਵੱਲ ਕਿਰਪਾਨ ਕੀਤੀ, ਪਿੱਛੋਂ ਆਵਾਜ਼ ਆਈ ਕਿ ਇਸ ਦਾ ਜਵਾਬ ਤੈਨੂੰ ਇਹ ਨਹੀਂ ਦੇਵੇਗਾ, ਆ ਮੈਂ ਤੈਨੂੰ ਦੱਸਾਂ ਕਿ ਇਹਨੂੰ ਬਚਾਉਣ ਵਾਲਾ ਕੌਣ ਹੈ। ਪਿੱਛੇ ਜਦੋਂ ਉਹਨੇ ਮੁੜ ਕੇ ਦੇਖਿਆ, ਪਰਮਾਤਮਾ ਨਰਸਿੰਘ ਦਾ ਰੂਪ ਬਣ ਕੇ ਆਇਆ। ਉਸਨੇ ਆਪਣੇ ਨੌਹਾਂ ਦੇ ਨਾਲ ਹਰਨਾਕਸ਼ ਨੂੰ ਚੀਰ ਕੇ ਰੱਖ ਦਿੱਤਾ। ਇਸ ਦਾ ਮਤਲਬ ਉਸ ਦਿਨ ਰੱਬ ਨੇ ਇੱਕ ਗੱਲ ਕਹੀ ਕਿ ਜੇ ਦੁਸ਼ਮਣ ਅੱਤ ਕਰ ਦੇਵੇ ਤਾਂ ਚੇਤੇ ਰੱਖੋ, ਉਸ ਦਾ ਧਰਤੀ ਉੱਪਰ ਜਿਉਣਾ ਕੌਮਾਂ ਲਈ, ਮਨੁੱਖਤਾ ਦੇ ਲਈ, ਸਮਾਜ ਲਈ ਦੁਖਦਾਈ ਹੁੰਦਾ ਹੈ। ਇਹੋ ਜਿਹੇ ਹਰਨਾਕਸ਼ ਨੂੰ ਨੌਹਾਂ ਨਾਲ ਚੀਰ ਕੇ ਰੱਖ ਦੇਣਾ ਚਾਹੀਦਾ ਹੈ, ਚਾਹੇ ਅੱਜ ਹੋਵੇ ਚਾਹੇ ਉਹ ਟਾਈਮ ਦੀ ਗੱਲ ਹੈ। ਤੇ ਜਦੋਂ ਮੇਰੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਜੇ ਰੱਬ ਹਰਨਾਕਸ਼ ਨੂੰ ਨੌਹਾਂ ਨਾਲ ਚੀਰ ਸਕਦਾ ਹੈ ਤਾਂ ਜਿਸ ਦਿਨ ਜ਼ੁਲਮ ਦੀ ਇੰਤਹਾ ਹੋ ਜਾਵੇ, ਜ਼ੁਲਮ ਦਾ ਸਿਖਰ ਹੋ ਜਾਵੇ, ਉਸ ਦਿਨ ਰੰਗ ਸੁੱਟਣ ਦੀ ਥਾਂ ਖਾਲਸਾ ਖੋਣ ਦੀ ਹੋਲੀ ਖੇਡੇਗਾ। ਹੋਲੇ ਮਹੱਲੇ ਦਾ ਤਿਉਹਾਰ ਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਹੋਲੀ ਦੀ ਥਾਂ 'ਤੇ ਤਾਂ ਕਰਕੇ ਦਿੱਤਾ ਸੀ ਕਿਉਂਕਿ ਉਸ ਸਮੇਂ ਜ਼ੁਲਮ ਬੜਾ ਕਰਦੇ ਸੀ ਜਿਹੜੇ ਵਿਰੋਧੀ ਲੋਕ ਸਨ। ਬਹੁਤ ਜ਼ਿਆਦਾ ਜ਼ੁਲਮ ਹੁੰਦਾ ਸੀ। ਪਾਤਸ਼ਾਹ ਜੀ ਨੇ ਸਿੱਖਾਂ ਨੂੰ ਇੰਨਾ ਬਲਵਾਨ ਬਣਾ ਦਿੱਤਾ ਕਿ ਉਹਨਾਂ ਨੇ ਹੋਲਾ ਮਹੱਲਾ ਤਿਉਹਾਰ ਬਖਸ਼ ਦਿੱਤਾ। ਹੋਲੇ ਮਹੱਲੇ ਤੋਂ ਭਾਵ ਕਿ ਇਸ ਦਿਨ ਗੁਰੂ ਕੇ ਲਾਡਲੇ ਸਿੱਖ ਟੋਲੀਆਂ ਬਣਾ ਕੇ ਜੰਗ ਦਾ ਅਭਿਆਸ ਕਰਿਆ ਕਰਦੇ ਸਨ ਆਪਸ ਦੇ ਵਿੱਚ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਹੋਲਗੜ੍ਹ ਸਾਹਿਬ ਬਣਿਆ ਹੋਇਆ ਹੈ, ਜਾਂ ਕਹਿ ਲਵੋ ਕਿਲ੍ਹਾ ਹੋਲਗੜ੍ਹ ਬਣਿਆ ਹੋਇਆ ਹੈ, ਉਸ ਥਾਂ 'ਤੇ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਦੀ ਆਰੰਭਤਾ ਕਰੀ। ਹੋਲੀ ਵਾਲੇ ਦਿਨ ਸਤਿਗੁਰੂ ਪਾਤਸ਼ਾਹ ਜੀ ਨੇ, ਕਲਗੀਧਰ ਪਾਤਸ਼ਾਹ ਨੇ ਸਿੱਖਾਂ ਦੇ ਹੱਥਾਂ ਵਿੱਚ ਸ਼ਸਤਰ ਫੜਾ ਦਿੱਤੇ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਵੀ ਕਿਰਪਾ ਕਰੀ। ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸ ਸਮੇਂ ਵੀ ਇਹ ਤਿਉਹਾਰ ਮਨਾਏ ਜਾਂਦੇ ਸਨ। ਅਸਲ ਵਿੱਚ ਜਿਹੜਾ ਹੋਲੀ ਦਾ ਤਿਉਹਾਰ ਸੀ ਉਹ ਬਦੀ ਉੱਪਰ ਸੱਚ ਦੀ ਜਿੱਤ ਸੀ, ਜਾਂ ਇਉਂ ਕਹਿ ਲਵੋ ਕਿ ਇੱਕ ਦੁਸ਼ਮਣ ਉੱਪਰ ਸੱਚ ਵਾਲੇ ਦੀ ਜਿੱਤ ਸੀ। ਪਰ ਸਮੇਂ ਦੇ ਲੋਕਾਂ ਨੇ ਪ੍ਰਹਲਾਦ ਦੇ ਲਫ਼ਜ਼ਾਂ ਨੂੰ ਨਾ ਗੌਲਿਆ, ਕੇਵਲ ਇੱਕ ਦੂਜੇ 'ਤੇ ਰੰਗ ਸੁੱਟ ਕੇ ਇਹ ਤਿਉਹਾਰ ਮਨਾ ਕੇ ਚਲੇ ਜਾਂਦੇ ਨੇ, ਪਰ ਜਿਹਦਾ ਕਰਕੇ ਇਹ ਤਿਉਹਾਰ ਸ਼ੁਰੂ ਹੋਇਆ ਸੀ ਉਹਨੂੰ ਭੁੱਲ ਗਏ। ਰੰਗ ਸੁੱਟਣ ਤੋਂ ਬਾਅਦ ਇਸ ਦਿਨ ਆਪਣੇ ਭਾਰਤ ਦੀ ਧਰਤੀ 'ਤੇ ਵੀ ਵੱਖ-ਵੱਖ ਥਾਵਾਂ 'ਤੇ ਵੱਖਰੀ ਵੱਖਰੀ ਤਰ੍ਹਾਂ ਦੇ ਨਾਲ ਹੋਲੀ ਮਨਾਈ ਜਾਂਦੀ ਹੈ। ਕੋਈ ਰੰਗਾਂ ਦੇ ਨਾਲ ਮਨਾਉਂਦਾ, ਕੋਈ ਕਿਵੇਂ ਮਨਾਉਂਦਾ। ਕਈ ਥਾਈਂ ਲੱਠ ਮਾਰ ਹੋਲੀ ਮਨਾਈ ਜਾਂਦੀ ਹੈ, ਭਾਵ ਕਿ ਲੱਕੜ ਦੀਆਂ ਸੋਟੀਆਂ ਲੈ ਕੇ ਇੱਕ ਦੂਜੇ ਦੇ ਉੱਤੇ ਮਾਰਦੇ ਨੇ ਉਹ, ਜਿਵੇਂ ਗੁਜਰਾਤ ਦੀ ਧਰਤੀ 'ਤੇ ਖੇਡਦਿਆਂ ਇੱਕ ਦੂਜੇ ਦੇ ਉੱਤੇ ਚਿੱਕੜ ਵੀ ਸੁੱਟਦੇ ਨੇ ਉਹ, ਗਾਰਾ ਕਹਿ ਲਵੋ ਸੌਖੀ ਭਾਸ਼ਾ ਦੇ ਵਿੱਚ। ਅਤੇ ਮੇਰੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਇਹਨਾਂ
ਜਿਹੜੇ ਇਹ ਕਰਮ ਕਰਦੇ ਨੇ ਇਹਨਾਂ ਦਾ ਕੋਈ ਅਰਥ ਨਹੀਂ ਸੀ, ਅਤੇ ਕਲਗੀਧਰ ਪਾਤਸ਼ਾਹ ਨੇ ਸੋਚਿਆ ਕਿ ਸਿੱਖ ਨੂੰ ਇਸ ਪਾਸੇ ਨਹੀਂ ਜੋੜਨਾ, ਅਤੇ ਪਾਤਸ਼ਾਹ ਜੀ ਨੇ ਕਿਹਾ ਕਿ ਕੱਲ੍ਹ ਨੂੰ ਕੋਈ ਦੁਸ਼ਮਣ ਚੜ੍ਹ ਕੇ ਆ ਗਿਆ, ਇਹਨਾਂ ਨੇ ਖੂਨ ਦੀ ਹੋਲੀ ਕੀ ਖੇਡਣੀ ਹੈ ਜਿਹੜੀ ਰੰਗਾਂ ਦੀ ਹੋਲੀ ਖੇਡਦੇ ਨੇ। ਅਤੇ ਹੋਇਆ ਵੀ ਇਵੇਂ ਹੀ ਬਾਅਦ ਦੇ ਵਿੱਚ, ਜਦੋਂ ਨਾਦਰ ਸ਼ਾਹ ਵਰਗੇ ਅਫਗਾਨੀ ਬਾਦਸ਼ਾਹ ਇਸ ਹਿੰਦੁਸਤਾਨ ਦੀ ਧਰਤੀ 'ਤੇ ਆਏ, ਤਾਂ ਆਮ ਤੌਰ 'ਤੇ ਉਹ ਹਿੰਦੂ ਜਿਹੜਾ ਧਰਮ ਸੀ, ਜਾਂ ਕਹਿ ਲਵੋ ਹਿੰਦੂ ਕੌਮ ਸੀ, ਮਤ ਸੀ, ਉਹਨਾਂ ਦੀਆਂ ਬਹੂ ਬੇਟੀਆਂ ਨੂੰ ਚੱਕ ਕੇ ਲੈ ਜਾਇਆ ਕਰਦੇ ਸਨ, ਅਤੇ ਉਹਨਾਂ ਨੂੰ ਵਾਪਸ ਲਿਆਉਣ ਵਾਲੇ ਕੌਣ ਸਨ? ਗੁਰੂ ਕੇ ਸਿੱਖ, ਕਿਉਂਕਿ ਹੋਲਾ ਮਹੱਲਾ ਤਾਂ ਕਰਕੇ ਪਾਤਸ਼ਾਹ ਜੀ ਨੇ ਬਣਾਇਆ ਸੀ, ਰਚਿਆ ਸੀ। ਜੇ ਪਾਤਸ਼ਾਹ ਜੀ ਨਾ ਰਚਦੇ ਕਿ ਰੰਗਾਂ ਦੇ ਨਾਲ ਰੰਗ ਸਿੱਟ ਕੇ ਇੱਕ ਦੂਜੇ ਨੂੰ ਕਿਸੇ ਨੂੰ ਬਚਾਇਆ ਜਾ ਸਕਦਾ ਸੀ? ਬਿਲਕੁਲ ਨਹੀਂ। ਰੰਗਾਂ ਦੇ ਨਾਲ ਦੁਸ਼ਮਣ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਇਹ ਤਾਂ ਸ਼ਾਸਤਰ ਨੂੰ ਹੱਥ ਪਾਉਣਾ ਪੈਂਦਾ। ਤਾਂ ਕਰਕੇ ਪਾਤਸ਼ਾਹ ਜੀ ਨੇ ਸਾਨੂੰ ਸ਼ਾਸਤਰ ਬਖਸ਼ੇ, ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖ ਦੇ ਜੀਵਨ ਦਾ ਹਰ ਇੱਕ ਰੰਗ ਦੇ ਨਾਲ ਇੱਕ ਨਵਾਂ ਹੀ ਇਤਿਹਾਸ ਸਿਰਜ ਦਿੱਤਾ। ਸਾਡੇ ਕਈ ਸੱਜਣ ਕਹਿ ਦਿੰਦੇ ਨੇ ਕਿ ਅਸੀਂ ਬਾਬੇ ਨਾਨਕ ਦੇ ਸਿੱਖ ਹਾਂ, ਕਿਉਂਕਿ ਦਾੜਾ ਰੱਖੀਏ ਤਾਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਬਣ ਜਾਈਦਾ ਹੈ। ਨਹੀਂ ਪਿਆਰਿਓ, ਸ਼ਾਇਦ ਆਪ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਭਾਈ ਮਰਦਾਨਾ ਜੀ, ਬਾਬਾ ਮਰਦਾਨਾ, ਕਲਗੀਧਰ ਪਾਤਸ਼ਾਹ ਨੇ ਸਿੱਖ ਨੂੰ ਕੇਸ ਰੱਖਣ ਦੀ ਮਰਜ਼ਾਦਾ ਦ੍ਰਿੜ ਨਹੀਂ ਸੀ ਕਰਵਾਈ, ਇਹ ਤਾਂ ਪਹਿਲੇ ਗੁਰੂ ਸਾਹਿਬਾਨਾਂ ਤੋਂ ਚੱਲੇ ਆਉਂਦਾ ਸੀ। ਜਦੋਂ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਆਏ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ 3 ਗੱਲਾਂ ਕਹੀਆਂ ਸੀ ਕਿ ਆਹ ਗੱਲਾਂ ਜ਼ਿੰਦਗੀ ਭਰ ਯਾਦ ਰੱਖੀ, ਕਦੀ ਸੰਸਾਰ ਦੇ ਵਿੱਚੋਂ ਤੂੰ ਖਾਲੀ ਹੱਥ ਨਹੀਂ ਜਾਵੇਂਗਾ। ਪਹਿਲੀ ਗੱਲ ਕਹੀ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕਿ ਮਰਦਾਨਿਆਂ, ਅਸਲੀ ਇਹ ਮਰਦਾਨੇ ਨੂੰ ਗੱਲ ਨਹੀਂ ਸੀ ਕਿ ਇਕੱਲੇ ਨੂੰ, ਸਾਨੂੰ ਸਾਰਿਆਂ ਨੂੰ ਕਹੀ ਸੀ। ਪਹਿਲੀ ਗੱਲ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨੇ ਨੂੰ ਕਿ ਭਾਈ ਮਰਦਾਨਿਆਂ, ਪਹਿਲੀ ਗੱਲ ਯਾਦ ਰੱਖੀ ਕਿ ਪਹਿਰ ਰਾਤ ਰਹਿੰਦਿਆਂ ਸਤਨਾਮ ਦਾ ਜਾਪ ਕਰੀ, ਅਤੇ ਦੂਜੀ ਗੱਲ, ਤੇਰੇ ਘਰ ਕੋਈ ਵੀ ਆਵੇ, ਤੇਰੇ ਘਰ ਕਿਹੋ ਜਿਹੀ ਵੀ ਕੋਈ ਰੁੱਖੀ ਮਿੱਸੀ ਹੋਵੇ, ਆਏ ਗਏ ਨੂੰ ਕਦੀ ਭੁੱਖਾ ਨਾ ਜਾਣ ਦੇਈਂ। ਤੀਜੀ ਗੱਲ ਚੇਤੇ ਰੱਖੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿਣ ਲੱਗੇ ਕਿ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਕੇਸ ਨਾ ਕੱਟੀ, ਵਾਲ ਨਾ ਕੱਟੀ, ਕਹਿ ਲਵੋ। ਹਜ਼ੂਰ ਨੇ ਇਹਨਾਂ ਵਿਕਾਰਾਂ ਤੋਂ ਬਚਣ ਦੇ ਤਰੀਕੇ ਦੱਸ ਦਿੱਤੇ। ਮੂਰਖ ਤੋਂ ਬਚਣ ਦਾ ਤਰੀਕਾ ਦੱਸ ਦਿੱਤਾ ਕਿ ਜਿੱਥੇ ਮੂਰਖਾਂ ਦੀ ਟੋਲੀ ਬੈਠੀ ਹੋਵੇ, ਉੱਥੇ ਆਪਣੇ ਆਪ ਨੂੰ ਬਚਾ ਕੇ ਚੁੱਪ ਕਰਕੇ ਲੰਘ ਜਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਪ੍ਰਮਾਣ ਹੈ ਪਾਤਸ਼ਾਹ ਜੀ ਦਾ ਕਿ ਮੂਰਖ ਨਾਲ ਨਾ ਲੁੱਝੀਏ। ਜੇ ਮੂਰਖ ਚੜ੍ਹ ਕੇ ਆ ਜਾਵੇ ਬਾਬਾ ਨਾਨਕ ਜੀ, ਸਵਾਲ ਪੈਦਾ ਹੁੰਦਾ ਅਗਲੀ ਪੰਕਤੀ ਦੇ ਵਿੱਚ ਕਿ ਜੇ ਮੂਰਖ ਸਾਡੇ 'ਤੇ ਹਮਲਾ ਕਰਨ ਆ ਜਾਵੇ ਤਾਂ ਫਿਰ ਅਸੀਂ ਕੀ ਕਰੀਏ? ਫਿਰ ਚੁੱਪ ਕਰ ਜਾਈਏ? ਹਜ਼ੂਰ ਪਾਤਸ਼ਾਹ ਜੀ ਨੇ ਕਿਹਾ ਕਿ ਮੂਰਖ ਦੀ ਜ਼ਬਾਨ ਤੇਰੀ ਚੁੱਪ ਕਰਕੇ ਚੁੱਪ ਨਹੀਂ ਹੁੰਦੀ, ਫਿਰ ਹੱਥ ਦੀ ਵਰਤੋਂ ਕਰੀ, ਇਹੋ ਜਿਹਾ ਮੁਕਾਬਲਾ ਕਰੀ ਕਿ ਉਹਦੀ ਜ਼ਬਾਨ ਬਾਹਰ ਹੀ ਨਾ ਨਿਕਲ ਸਕੇ। ਆਪਾਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਕਿ ਬਾਬੇ ਨਾਨਕ ਦੇ ਵੇਲੇ ਤੋਂ ਸ਼ਾਸਤਰ ਨਹੀਂ ਸਨ। ਨਹੀਂ ਪਿਆਰਿਓ, ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਦੀ ਜੋਤ ਤੋਂ ਹੀ ਇਹ ਤਿਆਰੀ ਆਰੰਭ ਹੋਣ ਲੱਗ ਪਈ ਸੀ, ਜਾਂ ਕਹਿ ਲਵੋ ਕਿ ਬੀਜ ਸੀ ਜਿਹੜਾ ਉਹ ਗੁਰੂ ਨਾਨਕ ਸਾਹਿਬ ਨੇ ਬੀਜ ਦਿੱਤਾ ਸੀ, ਅਤੇ ਜਿਹੜਾ ਉਹ ਹਰਿਆ ਭਰਾ ਦਰਖਤ ਸੀ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੇਲੇ ਪ੍ਰਗਟ ਹੋ ਗਿਆ। ਅਤੇ ਬਾਬਾ ਨਾਨਕ ਜੀ ਕਹਿੰਦੇ ਨੇ ਕਿ ਮੂਰਖ ਚੁੱਪ ਨਹੀਂ ਕਰ ਸਕਦਾ ਤਾਂ ਉਹਦਾ ਤੂੰ ਮੁਕਾਬਲਾ ਕਰੀ, ਚੁੱਪ ਨਾ ਕਰ ਜਾਵੀਂ। ਅੰਮ੍ਰਿਤ ਗੁਰਬਾਣੀ ਵਿੱਚ ਪਾਤਸ਼ਾਹ ਜੀ ਅਗਲਾ ਬਚਨ ਕਹਿੰਦੇ ਨੇ ਕਿ ਮੂਰਖ ਗੰਢ ਪਵੇ ਮੂੰਹ ਮਾਰ, ਐਮਣਾਬਾਦ ਦੀ ਧਰਤੀ ਹੈ, ਇੱਕ ਪਾਸੇ ਤੀਰ ਇਕੱਠੇ ਕੀਤੇ, ਪੀਰਾਂ ਨੇ ਮੁੱਲਿਆਂ ਨੇ ਐਮਣਾਬਾਦ ਦੇ ਪਠਾਨਾਂ ਨੂੰ ਸ਼ਬਦ ਕਹੇ ਕਿ ਅੱਜ
ਅਸੀਂ ਐਸੇ ਮੰਤਰ ਮਾਰਾਂਗੇ ਕਿ ਬਾਬਰ ਜਦੋਂ ਚੜ੍ਹ ਕੇ ਆਵੇਗਾ, ਬਾਬਰ ਦੇ ਸਿਪਾਹੀ ਸਾਡਾ ਕੁਝ ਨਹੀਂ ਵਿਗਾੜ ਸਕਣਗੇ। ਬਸ ਇੱਕ ਬੇਨਤੀ ਕਰਕੇ ਆਪਾਂ ਸਮਾਪਤੀ ਵਾਲੇ ਪਾਸੇ ਜਾਵਾਂਗੇ। ਜਿਹੜੀ ਐਮਨਾਬਾਦ ਦੀ ਧਰਤੀ ਸੀ ਪਿਆਰਿਓ, ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਐਮਨਾਬਾਦ ਦੀ ਧਰਤੀ 'ਤੇ ਜਿਹੜੇ ਮੁਸਲਿਮ ਪੀਰ ਫਕੀਰ ਸੀ ਬਹੁਤ ਜ਼ਿਆਦਾ ਰਹਿੰਦੇ ਸੀ। ਕਹਿਣ ਤੋਂ ਭਾਵ ਕਿ ਉਹ ਟੂਣੇ ਟਾਂਬਣਾ ਦਾ ਬੜਾ ਭਰਮਾਰਾ ਸੀ। ਉੱਥੇ ਧਾਗੇ ਤਵੀਤ ਕਰਿਆ ਕਰਦੇ ਸਨ ਉਹ ਲੋਕ, ਅਤੇ ਲੋਕ ਵੀ ਬੜੇ ਜਾਂਦੇ ਸੀ ਉਹਨਾਂ ਦੇ ਕੋਲ, ਕਿਉਂਕਿ ਆਮ ਤੌਰ 'ਤੇ ਜਿੱਧਰ ਨੂੰ ਇਹੋ ਜਿਹਾ ਕੰਮ ਹੋਵੇ ਉੱਧਰ ਨੂੰ ਭੀੜ ਵੱਧ ਹੁੰਦੀ ਹੈ। ਅਤੇ ਜਦੋਂ ਬਾਬਰ ਚੜ੍ਹ ਕੇ ਆ ਗਿਆ ਹਿੰਦੁਸਤਾਨ ਦੀ ਧਰਤੀ 'ਤੇ ਹਮਲਾ ਕਰਨ ਦੇ ਲਈ, ਤਾਂ ਇਹ ਜਿਹੜੇ ਪੀਰ ਪਕੰਬਰ ਸੀ ਇਹ ਕਹਿਣ ਲੱਗੇ ਕਿ ਤੁਸੀਂ ਫਿਕਰ ਨਾ ਕਰੋ। ਲੋਕਾਂ ਨੇ ਜਦੋਂ ਆ ਕੇ ਕੀਰਨੇ ਪਾਈ, ਕਿਉਂਕਿ ਪਤਾ ਸੀ ਕਿ ਬਾਬਰ ਨੇ ਵੱਢ ਟੁੱਕ ਬਹੁਤ ਕਰਨੀ ਹੈ। ਜਿਹੜਾ ਪਹਿਲਾ ਹਮਲਾ ਸੀ ਬਾਬਰ ਦਾ, ਬਾਬਰ ਨੇ ਹਿੰਦੁਸਤਾਨ ਦੀ ਧਰਤੀ 'ਤੇ 12 ਹਮਲੇ ਕਰੇ ਸੀ। ਅਤੇ ਜਿਹੜੇ ਇਹ ਪੀਰ ਪਕੰਬਰ ਸੀ ਧਾਗੇ ਤਵੀਤ ਕਰਨ ਵਾਲੇ, ਇਹ ਲੋਕਾਂ ਨੂੰ ਧਰਵਾਸ ਦੇਣ ਲੱਗੇ ਕਿ ਤੁਸੀਂ ਫਿਕਰ ਨਾ ਕਰੋ, ਜਦੋਂ ਬਾਬਰ ਚੜ੍ਹ ਕੇ ਆਊਗਾ ਅਸੀਂ ਧਾਗੇ ਤਵੀਤ ਮੰਤਰ ਪੜ੍ਹਾਂਗੇ ਅਤੇ ਬਾਬਰ ਦੇ ਸਿਪਾਹੀ ਸਾਡਾ ਕੁਝ ਨਹੀਂ ਵਿਗਾੜ ਸਕਣਗੇ। ਕਹਿਣ ਤੋਂ ਭਾਵ ਕਿ ਬਾਬਰ ਦੀਆਂ ਫੌਜਾਂ ਆਪਣਾ ਕੁਝ ਨਹੀਂ ਵਿਗਾੜ ਸਕਣਗੀਆਂ, ਅਸੀਂ ਇਹੋ ਜਿਹੇ ਮੰਤਰ ਮਾਰਾਂਗੇ। ਜਦੋਂ ਇਹ ਘਟਨਾ ਵਾਪਰੀ, ਸਾਰੇ ਐਮਨਾਬਾਦ ਦੀ ਧਰਤੀ 'ਤੇ ਕੀਰਨੇ ਪੈਣ ਲੱਗੇ, ਲੋਕ ਤਰਾਹ ਤਰਾਹ ਕਰਨ ਲੱਗ ਪਏ। ਪਰ ਇੱਕ ਬਾਬੇ ਨਾਨਕ ਦੀ ਰਬਾਬ ਸੀ ਜਿਹੜੀ ਰੱਬ ਦੀ ਰਜ਼ਾ ਵਿੱਚ ਜੁੜ ਕੇ ਲੋਕਾਂ ਨੂੰ ਸੁਚੇਤ ਕਰਦੀ ਸੀ। ਇੱਕ ਪਾਸੇ ਲੋਕ ਕੀਰਨੇ ਪਾਉਂਦੇ ਸਨ, ਇੱਕ ਪਾਸੇ ਬਾਬਾ ਨਾਨਕ ਭਾਈ ਮਰਦਾਨਾ ਬਹਿ ਕੇ ਰੱਬ ਦੀ ਭਗਤੀ ਵਿੱਚ ਜੁੜੇ ਹੋਏ ਸਨ, ਕਿਉਂਕਿ ਉਹਨਾਂ ਨੂੰ ਡਰ ਨਹੀਂ ਸੀ ਕਿਸੇ ਦਾ। ਜਦੋਂ ਇਹ ਘਟਨਾ ਵਾਪਰੀ ਅਤੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ। ਜਦੋਂ ਬਾਬਰ ਚੜ੍ਹ ਕੇ ਆਇਆ ਐਮਨਾਬਾਦ ਦੀ ਧਰਤੀ 'ਤੇ ਬਹੁਤ ਲੁੱਟ ਖੋਹ ਕਰੀ। ਜਿਹੜੇ ਇਹ ਧਾਗੇ ਤਵੀਤਾਂ ਵਾਲੇ ਸਨ, ਪੀਰ ਪਕੰਬਰ ਸਨ, ਇਹ ਸਾਰੇ ਭੱਜ ਗਏ। ਬਹੁਤ ਕਤਲੇਆਮ ਇਹਨਾਂ ਦਾ ਵੀ ਹੋਇਆ ਉੱਥੇ, ਕਿਉਂਕਿ ਸੱਚ ਕਦੇ ਲੁਕਿਆ ਨਹੀਂ ਰਹਿੰਦਾ ਹੁੰਦਾ, ਸੱਚ ਨੇ ਪ੍ਰਗਟ ਹੋਣਾ ਹੀ ਹੁੰਦਾ। ਜਦੋਂ ਸਾਰੇ ਲੋਕ ਨੀਵੀਆਂ ਪਾ ਗਏ, ਕਤਲੇਆਮ ਹੋਇਆ ਐਮਨਾਬਾਦ ਦੀ ਧਰਤੀ 'ਤੇ, ਉਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਬਾਬਰ ਦੇ ਸਾਹਮਣੇ ਹੋ ਕੇ ਉਹਨੂੰ ਲਲਕਾਰ ਕੇ ਸ਼ਬਦ ਕਹੇ ਸਨ। ਸੱਚ ਬੋਲ ਕੇ ਦਿਖਾਇਆ ਸੀ ਕਿ ਜੇ ਤੂੰ ਲੋਕਾਂ 'ਤੇ ਅਤਿਆਚਾਰ ਕਰ ਸਕਦਾ, ਤੇਰੇ ਸਾਹਮਣੇ ਸੱਚ ਬੋਲਣ ਵਾਲਾ ਵੀ ਕੋਈ ਹੈ। ਬਾਬਾ ਜੀ ਨੇ ਉੱਥੇ ਫਿਰ ਸ਼ਬਦ ਕਹੇ ਸੀ ਕਿ ਇਹ ਐਮਨਾਬਾਦ ਦੇ ਲੋਕੋ, ਤੁਸੀਂ ਕਰੋੜਾਂ ਤੀਰ ਇਕੱਠੇ ਕੀਤੇ, ਤੁਸੀਂ ਗਾਜੀ ਇਕੱਠੇ ਕਰੇ, ਪੀਰ ਪਕੰਬਰ ਇਕੱਠੇ ਕਰ ਲਏ ਧਾਗੇ ਤਵੀਤ ਕਰਨ ਵਾਲੇ, ਪਰ ਦੇਖੋ ਸਾਹਮਣੇ ਮੁਗਲ ਚੜ੍ਹ ਕੇ ਆਏ ਨੇ, ਬਾਬਰ ਚੜ੍ਹ ਕੇ ਆਇਆ ਹੈ। ਇਹਨਾਂ ਨੇ ਤੁਹਾਡੀਆਂ ਬੱਚੀਆਂ ਦੀ, ਤੁਹਾਡੀਆਂ ਧੀਆਂ ਭੈਣਾਂ ਦੀ, ਤੁਹਾਡੇ ਘਰ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੀ ਹੈ। ਕਹਿਣ ਲੱਗੇ ਤੁਸੀਂ ਮੰਤਰ ਪੜ੍ਹਦੇ ਰਹੋ, ਉਹ ਅੱਗੋਂ ਤੋਪਾਂ ਤਿਆਰ ਕਰਦਾ ਹੈ ਭਲਿਓ। ਜੇ ਕਿਤੇ ਮੰਤਰ ਜੰਤਰ ਦੀ ਥਾਂ 'ਤੇ ਉਹ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਹੁੰਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅੱਜ ਐਮਨਾਬਾਦ ਦੀ ਧਰਤੀ 'ਤੇ ਕੀਰਨੇ ਨਾ ਪੈਂਦੇ, ਗਲੀਆਂ ਦੇ ਵਿੱਚ ਕਤਲੇਆਮ ਨਾ ਹੁੰਦਾ। ਅੰਮ੍ਰਿਤ ਗੁਰਬਾਣੀ ਵਿੱਚ ਪਾਤਸ਼ਾਹ ਜੀ ਦਾ ਇਹ ਬਚਨ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੋਟੀ ਹੋਂ ਪੀਰ ਬਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਥਕਾਮੋ ਕਾਮ ਜਲੇ ਵਿੱਚ ਮੰਦਰ, ਮੁਛ ਮੁਛ ਕੌਰ ਲਾਇਆ, ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ। ਮੁਗਲ ਪਠਾਣਾ ਭਾਈ ਲੜਾਈ ਰਣ ਮੈਂ ਤੇਗ ਬਗਾਈ, ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚੜ੍ਹਾਈ, ਜਿਨ ਕੀ ਚੀਰੀ ਦਰਗਹਿ ਪਾਟੀ, ਤਿੰਨਾ ਮਰਨਾ ਭਾਈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੁਗਲਾਂ ਨੇ ਤਾਂ ਤਰਥੱਲੀ ਮਚਾ ਦਿੱਤੀ, ਅਤੇ ਉਹਨਾਂ ਮੰਤਰਾਂ ਦੇ ਨਾਲ, ਟੂਣਿਆਂ ਟਾਮਣਾ ਦੇ ਨਾਲ ਕਹਿੰਦੇ ਨੇ ਬਾਬਰ ਦੀ ਫੌਜ ਦਾ ਇੱਕ ਵੀ ਸਿਪਾਹੀ ਕੋਈ ਅੰਨਾ ਨਹੀਂ ਹੋਇਆ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਤੁਸੀਂ ਕਿਤੇ ਸ਼ਾਸਤਰ ਵਿੱਦਿਆ ਸਿੱਖੀ ਹੁੰਦੀ, ਅੱਜ ਇਹ ਕੰਮ ਨਾ ਹੁੰਦੇ। ਤੁਹਾਡੀਆਂ ਬਹੂ ਬੇਟੀਆਂ ਤੁਹਾਡੇ ਘਰ ਦੇ ਵਿੱਚ ਸੁਰੱਖਿਅਤ ਹੁੰਦੀਆਂ। ਲਾਸਟ ਵਾਲਾ ਬਚਨ ਹੈ ਪਾਤਸ਼ਾਹ ਦਾ ਕਿ ਅੱਗੋਂ ਦੇ ਜੇ ਚੇਤੀਏ,
ਤਾਂ ਕਾਇਤ ਮਿਲੇ ਸਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੇ ਤਿਆਰੀ ਕਰਕੇ ਰੱਖੀ ਹੁੰਦੀ ਅੱਜ ਇਹ ਦੁਖਾਂਤ ਨਾ ਵਾਪਰਦਾ। ਸਮਾਪਤੀ ਦਾ ਸਮਾਂ ਆਪਣਾ ਨੇੜੇ ਹੋ ਗਿਆ। ਇਹ ਤੋਂ ਅਗਲੀ ਵਿਚਾਰ ਆਪਾਂ